ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਉੱਚੇ ਸੁਰ ਸੋ ਸ਼ਬਦ ਬਸਾਇਓ। ਰਾਮ ਕਲੀ ਸੋ ਰਾਗ ਮਹਿ ਗਾਇਓ। ਸੁਨ ਸੁਨ ਕਰ ਬਹੁ ਮਾਨਵ ਆਏ। ਪ੍ਰੀਤ ਧਾਰ ਬੈਸੇ ਤਿਹ ਥਾਏ। ਉੱਚੇ ਸੁਰ ਸੋ ਸ਼ਬਦ ਬਸਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ। ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਗੁਰੂ ਕੀਆਂ ਸੰਗਤਾਂ ਸੰਧਿਆ ਦੇ ਸਮੇਂ ਤੋਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜ ਰਹੇ ਹੋ। ਗੁਰੂ ਸਾਹਿਬ ਜੀ ਦੀ ਧੁਰ ਕੀ ਬਾਣੀ ਦੇ ਜਾਪ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਸੱਚੇ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ। ਹੁਣ ਜੋ ਰੋਜ਼ਾਨਾ ਹੀ ਸਤਿਗੁਰੂ ਸਾਹਿਬ ਜੀ ਦੀ ਇਤਿਹਾਸ ਦੀ ਕਥਾ ਹੁੰਦੀ ਹੈ, ਹੁਣ ਉਸ ਕਥਾ ਦਾ ਸਮਾਂ ਹੋਇਆ ਹੈ। ਜਿਸ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਜਿਹੜਾ ਹੈ ਗੰਗਾ 'ਤੇ ਹਰਿਦੁਆਰ ਤੋਂ ਚਾਲਣਾ ਕੀਤਾ ਅਤੇ ਭਾਈ ਬਾਲਾ ਜੀ ਹੁਣਾਂ ਨੂੰ, ਭਾਈ ਮਰਦਾਨਾ ਜੀ ਨੂੰ ਕਿਹਾ ਕਿ ਚਲੋ ਅਸੀਂ ਹੁਣ ਜੋ ਬ੍ਰਿਜ ਸਥਾਨ ਹੈ, ਬ੍ਰਿਜ ਭੂਮੀ ਹੈ, ਭਾਵ ਮਥੁਰਾ ਦੇ ਪਾਸ ਜਿੱਥੇ ਕ੍ਰਿਸ਼ਨ ਜੀ ਨੇ ਅਵਤਾਰ ਧਾਰਨ ਕੀਤਾ, ਵੀ ਉਹ ਥਾਂ ਜਾ ਕੇ ਵੇਖੀਏ। ਜਿਸ ਥਾਂ 'ਤੇ ਕ੍ਰਿਸ਼ਨ ਜੀ ਦੁਆਪਰ ਵਿੱਚ ਬਾਲ ਲੀਲਾ ਕ੍ਰੀੜਾ ਕਰਦੇ ਰਹੇ ਹੈ, ਉਸ ਥਾਂ ਨੂੰ ਆਪਾਂ ਜਿਹੜਾ ਦੇਖਣਾ ਕਰੀਏ। ਇਸ ਤਰ੍ਹਾਂ ਜੇ ਕਹਿ ਰਹੇ ਸਨ, ਸ਼ਨ ਵਿੱਚ ਹੀ ਮਹਾਰਾਜ ਭਾਈ ਬਾਲਾ ਮਰਦਾਨਾ ਦੇ ਸਮੇਤ ਬ੍ਰਿਜ ਭੂਮੀ ਵਿੱਚ ਪਹੁੰਚ ਗਏ। ਜੋ ਗੋਵਰਧਨ ਨਾਮੇ ਪਹਾੜ ਹੈ, ਗੰਗਾ ਦੇ ਕਿਨਾਰੇ, ਜਮਨਾ ਦੇ ਕਿਨਾਰੇ 'ਤੇ
ਉਸ ਪਹਾੜ ਦੇ ਨੇੜੇ ਜਿਹੇ ਹੋ ਕੇ ਸਤਿਗੁਰੂ ਜੀ ਬੈਠ ਗਏ। ਦੇਖ ਕੇ ਭਾਈ ਮਰਦਾਨਾ ਜੀ ਨੇ ਕਿਹਾ ਵੀ ਗੁਰੂ ਸਾਹਿਬ ਜੀ, ਇਹ ਜਮਨਾ ਦੇ ਕਿਨਾਰੇ 'ਤੇ ਆਹ ਪਹਾੜ ਇੱਕ ਬਹੁਤ ਤਗੜਾ ਪਿਆ ਹੋਇਆ ਹੈ, ਵੀ ਇਹ ਪਹਾੜ ਕਿਵੇਂ ਇੱਥੇ ਟਿਕ ਰਿਹਾ ਹੈ, ਆਪ ਜੀ ਦੱਸੋ। ਗੁਰੂ ਸਾਹਿਬ ਜੀ ਨੇ ਫਿਰ ਤ੍ਰੇਤੇ ਯੁੱਗ ਦੀ ਜਿਹੜੀ ਕਥਾ ਸੁਣਾਈ ਸੀ ਵੀ ਮਰਦਾਨਿਆਂ ਜਿਸ ਵਕਤ ਜੋ ਰਾਮਚੰਦਰ ਜੀ ਰਾਮੇਸ਼ਵਰ ਨਾਮੇ ਪੁਲ ਬਣਾ ਰਹੇ ਸਨ ਸਮੁੰਦਰ ਉੱਪਰ, ਅਤੇ ਉਸ ਵੇਲੇ ਜਿਹੜੇ ਵੀ ਕੋਈ ਪੱਥਰ ਪਹਾੜ ਪੁੱਟ ਕੇ ਲੈ ਕੇ ਜਾ ਰਹੇ ਸੀ, ਉਹ ਪੁਲ ਪੂਰੇ ਹੋਣ ਕਰਕੇ ਕਹਿ ਦਿੱਤਾ ਵੀ ਹੁਣ ਜਿਹੜਾ ਵੀ ਕੋਈ ਜਿੱਥੇ ਪਹਾੜ ਕੋਈ ਲਿਆ ਰਿਹਾ ਹੈ ਉਹ ਉਹਨੂੰ ਉੱਥੇ ਟਿਕਾ ਆਵੇ, ਉੱਥੇ ਛੱਡ ਆਵੇ, ਹੁਣ ਅੱਗੇ ਨਾ ਲੈ ਕੇ ਆਵੇ ਅਤੇ ਆਪ ਵਾਪਸ ਆ ਜਾਓ। ਅਤੇ ਜੋ ਹਨੂੰਮਾਨ ਸੀ ਉਹ ਜਦੋਂ ਪਹਾੜ ਲਈ ਆ ਰਿਹਾ ਸੀ, ਉਹਨੇ ਜਦੋਂ ਇਸ ਤਰ੍ਹਾਂ ਸੁਣਿਆ ਅਤੇ ਇਹ ਗੋਵਰਧਨ ਨਾਮੇ ਪਹਾੜ ਉਸਨੇ ਇੱਥੇ ਟਿਕਾ ਕੇ ਬੈਠ ਰਿਹਾ ਅਤੇ ਵਾਪਸ ਨਹੀਂ ਸੀ ਗਿਆ। ਫਿਰ ਰਾਮਚੰਦਰ ਜੀ ਦੇ ਪੁੱਛਣੇ ਕਰਕੇ ਵੀ ਉਹ ਹਨੂੰਮਾਨ ਬਲੀ ਕਿਉਂ ਨਹੀਂ ਦਿਸ ਰਿਹਾ ਹੈ, ਇੱਕ ਬਾਂਦਰ ਨੂੰ ਭੇਜ ਕੇ ਅਤੇ ਵਾਪਸ ਮੰਗਵਾਇਆ ਸੀ। ਅਤੇ ਫਿਰ ਇੱਥੇ ਨਾਲ ਹੀ ਉਹ ਬਚਨ ਕਿਹਾ ਸੀ ਵੀ ਜਾ ਕੇ ਹਨੂੰਮਾਨ ਨੂੰ ਕਹਿ ਦੇਣਾ ਵੀ ਉਹ ਗੋਵਰਧਨ ਨਾਮੇ ਪਹਾੜ ਨੂੰ ਕਹਿ ਦੇਵੇ ਕਿ ਦੁਆਪਰ ਵਿੱਚ ਅਸੀਂ ਕ੍ਰਿਸ਼ਨ ਰੂਪ ਹੋ ਕੇ ਅਵਤਾਰ ਧਾਰਾਂਗੇ। ਅਤੇ ਇੱਥੇ ਜਿਹੜਾ ਵਿਚਰਾਂਗੇ, ਖੇਲ ਕਰੀੜਾ, ਰਾਸ ਲੀਲਾ, ਬਾਲ ਲੀਲਾ ਕਰਾਂਗੇ, ਇੱਥੇ ਆਪਣੇ ਚਰਨ ਪਾਵਾਂਗੇ ਮੁਬਾਰਕ ਅਤੇ ਤੇਰੀ ਇੱਛਾ ਪੂਰੀ ਕਰਾਂਗੇ। ਇਹ ਕੁਝ ਕਹਿ ਕੇ ਭੇਜਿਆ ਸੀ। ਉਸ ਬਾਂਦਰ ਨੇ ਹਨੂੰਮਾਨ ਜੀ ਨੂੰ ਕਹਿ ਦਿੱਤਾ। ਹਨੂੰਮਾਨ ਨੇ ਗੋਵਰਧਨ ਨਾਮੇ ਪਹਾੜ ਨੂੰ ਕਹਿ ਕਰਕੇ ਫਿਰ ਵਾਪਸ ਜਾਣਾ ਕੀਤਾ ਸੀ। ਇਸ ਤਰ੍ਹਾਂ ਮਰਦਾਨੇ ਇਸ ਪਹਾੜ ਉੱਪਰ ਕ੍ਰਿਸ਼ਨ ਜੀ ਨੇ ਜਿਹੜੇ ਬਹੁਤ ਲੰਬਾ ਸਮਾਂ ਆਪਣੇ ਚਰਨ ਪਾਏ, ਗਵਾਲਿਆਂ ਨਾਲ ਇੱਥੇ ਉਹ ਜਿਹੜੇ ਗਾਵਾਂ ਨੂੰ ਚਾਰਦੇ ਰਹੇ ਹੈ। ਇੱਥੇ ਕਈ ਦੈਂਤਾਂ ਦਾ ਜਿਹੜਾ ਵੱਧ ਕੀਤਾ ਹੈ ਬ੍ਰਿਜ ਭੂਮੀ 'ਤੇ ਰਹਿ ਕਰਕੇ। ਇਸ ਤਰ੍ਹਾਂ ਇਹ ਗੋਵਰਧਨ ਨਾਮੇ ਪਹਾੜ ਦੀ ਪਵਿੱਤਰਤਾਈ ਹੋਈ ਹੈ। ਫਿਰ ਸਤਿਗੁਰੂ ਜੀ ਨੇ ਕੀ ਵੇਖਿਆ ਕਿ ਇੱਥੇ ਰਾਸ ਜਿਹੜੇ ਪਾ ਰਹੇ ਹੈ, ਜਵਾਨ ਲੜਕੇ, ਕੁਝ ਗਵਾਲੇ ਬਣੇ ਹੈ, ਕੁਝ ਗੋਪੀਆਂ ਬਣੀਆਂ, ਕੋਈ ਰਾਧਿਕਾ ਬਣੇ ਹੈ, ਕੋਈ ਜਿਹੜੇ ਹੈ ਕੋਈ ਕ੍ਰਿਸ਼ਨ ਬਣੇ ਬੈਠੇ, ਲੜਕੀਆਂ ਰਾਧਾ ਬਣੀਆਂ ਬੈਠੀਆਂ ਹੈ। ਉਹ ਰਾਸ ਲੀਲਾ ਪਾ ਰਹੇ ਹੈ, ਜਿਸ ਕਰਕੇ ਜੋ ਮੰਦ ਕਰਮੀ ਕਰ ਰਹੇ ਸਨ, ਇਹਨਾਂ ਵੱਲੀ ਦੇਖ ਕੇ ਸਤਿਗੁਰੂ ਜੀ ਨੇ ਕਿਹਾ ਵੀ ਬਹੁਤ ਤਕੜਾ ਜਿਹੜਾ ਕਾਲਯੁਗ ਦਾ ਸਮਾਂ ਆ ਗਿਆ ਹੈ। ਅਤੇ ਸ਼ਬਦ ਉਚਾਰਨ ਕੀਤਾ ਰਾਮਕਲੀ ਰਾਗ ਵਿੱਚ, ਸੋਈ ਚੰਦ ਚੜ੍ਹੇ ਸੇ ਤਾਰੇ, ਸੋਈ ਦਿਨਿਅਰ ਤਪਤ ਰਹਿ, ਸਾ ਧਰਤੀ ਸੋ ਪੌਣ ਝੁਲਾਰੇ, ਜੁਗ ਜੀਏ ਖੇਲੇ ਥਾਵ ਕੈਸੇ, ਜੀਵਨ ਤਲਬ ਨਿਵਾਰ, ਹੋਏ ਪਰਵਾਣਾ ਕਰੇ ਤਿੰਗਾਣਾ, ਕਲ ਲਖਣ ਵਿਚਾਰ। ਇਹ ਸ਼ਬਦ ਉਚਾਰਿਆ ਵੀ ਜੋ ਤ੍ਰੇਤੇ ਦੁਆਪਰ ਸਤਯੁਗ ਵਿੱਚ ਚੜ੍ਹਦਾ ਸੀ ਸੂਰਜ, ਚੰਦਰਮਾ, ਤਾਰੇ, ਉਹੀ ਇੱਥੇ ਕਲਯੁਗ ਵਿੱਚ ਚੜ੍ਹ ਰਿਹਾ। ਹੁਣ ਉਹੀ ਧਰਤੀ ਹੈ ਸਤਯੁਗ ਤ੍ਰੇਤੇ ਦੁਆਪਰ ਵਾਲੀ, ਉਹੀ ਹਵਾ ਝੁੱਲ ਰਹੀ ਹੈ। ਪਰ ਕਹਿੰਦੇ ਵੀ ਕਲਯੁਗ ਕਿੱਥੇ ਹੈ। ਸਤਿਗੁਰੂ ਜੀ ਕਹਿਣ ਲੱਗੇ ਵੀ ਕਲਯੁਗ ਜਿਹੜਾ ਹੈ, ਜੁਗ ਜੀਏ ਖੇਲੇ ਥਾਵ ਕੈਸੇ, ਉਹ ਜੀਵਾਂ ਦੇ ਹਿਰਦਿਆਂ ਵਿੱਚ ਖੇਲ ਰਿਹਾ ਕਲਯੁਗ। ਉਹ ਕੈਸੇ ਖੇਲੇ, ਕਿਹੜੇ ਥਾਂ 'ਤੇ ਖੇਲੇ ਹੋ, ਉਹ ਜੀਵਾਂ ਦੇ ਹਿਰਦੇ ਹੀ ਹੈ ਜਿੱਥੇ ਖੇਡ ਰਿਹਾ ਹੈ। ਜਿਸ ਕਰਕੇ ਕਲਯੁਗ ਦੇ ਜੀਵਾਂ ਦੀ ਬੁੱਧੀ ਮਲੀਨ ਹੋ ਗਈ ਹੈ। ਠੱਗੀਆਂ, ਧੜੇਬਾਜ਼ੀਆਂ, ਧੋਖੇਬਾਜ਼ੀਆਂ, ਮਾਰ ਘਾਟ ਕਈ ਕੁਝ ਕਰ ਰਹੇ ਹੈ। ਇਸ ਕਰਕੇ ਵੀ ਇਹ ਭਾਈ ਜੀਵਨ ਤਲਬ ਨਿਵਾਰ ਜਿਹੜੀ ਹੈ ਨਾ, ਕਲਯੁਗ ਦੇ ਸਮੇਂ ਵਿੱਚ ਬਹੁਤੀ ਜੀਵਨ ਦੀ ਇੱਛਾ ਵੀ ਜੀਵਾਂ ਉਹ ਤੋਂ ਨਿਵਰਤ ਕਰਦੇ।
ਕੀ ਰਹਿਣਾ ਇੱਥੇ ਕਰਕੇ, ਜੇ ਬਹੁਤਾ ਸਮਾਂ ਰਹੇਗਾ ਤੇ ਮੰਦ ਕਰਮੀ ਕਮਾਏਗਾ। ਇੱਥੇ ਤੇ ਉਹ ਹੋ ਰਿਹਾ ਹੈ ਵੀ ਜਿਹੜਾ ਉਹ ਪ੍ਰਵਾਨ ਇੱਕ ਮੰਨਿਆ ਪਰਮੰਨਿਆ ਮੁਖੀ ਹੋ ਰਿਹਾ ਹੈ, ਜਿਹੜਾ ਕਰੇ ਧਿੰਗਾਣਾ, ਜੋ ਆਪਣੀ ਹਕੂਮਤ ਚਲਾ ਕੇ ਧੱਕੇ ਜੋਰੀ ਧਿੰਗੋ ਜੋਰੀ ਧੱਕੇ ਸ਼ਾਹੀਆਂ ਕਰ ਰਿਹਾ ਹੈ। ਕੱਲ ਲੱਖਣ ਵਿਚਾਰੇ, ਕਲਯੁਗ ਦੇ ਲੱਖਣ ਵਿਚਾਰ ਲਓ। ਇਹ ਸ਼ਬਦ ਸੁਣ ਕੇ ਜਿਹੜੇ ਇੱਥੋਂ ਦੇ ਲੋਕ ਸੀ, ਬ੍ਰਿਜ ਭੂਮੀ ਦੇ, ਮਥੁਰਾ ਦੇ ਆਸ-ਪਾਸ ਦੇ, ਉਹ ਸਾਰੇ ਆ ਗਏ ਸਤਿਗੁਰੂ ਜੀ ਪਾਸ ਬੈਠ ਗਏ। ਕਹਿਣ ਲੱਗੇ ਵੀ ਮਹਾਰਾਜ ਜੋ ਆਪ ਜੀ ਨੇ ਸ਼ਬਦ ਉਚਾਰੇ ਦੇ ਅਰਥ ਵੀ ਕਰਕੇ ਸੁਣਾਓ। ਅਤੇ ਸਤਿਗੁਰੂ ਜੀ ਨੇ ਇਹਦੇ ਅਰਥ ਕਰਕੇ ਸੁਣਾਏ। ਫਿਰ ਕਈ ਕਹਿੰਦੇ ਆ ਜੀ ਗੁਰਬਾਣੀ ਦੇ ਅਰਥ ਨਹੀਂ ਕਰਨੇ ਚਾਹੀਦੇ, ਇਹ ਗੁਰਬਾਣੀ ਦੇ ਅਰਥ ਕਰਨੇ ਤੇ ਇਉਂ ਹੈ ਜਿਵੇਂ ਕਿਸੇ ਦਾ ਢਿੱਡ ਪਾੜਨਾ ਹੈ। ਅਤੇ ਹੁਣ ਇੱਥੇ ਸਤਿਗੁਰੂ ਜੀ ਨੇ ਜਿਹੜੇ ਵੇਖੋ ਕਿਹਾ ਹੈ, ਬੇਨਤੀ ਕੀਤੀ ਹੈ, ਅਰਥ ਪੁੱਛੇ ਦੇ ਮਹਾਰਾਜ ਨੇ ਸੁਣਾਏ ਹੈ। ਅਤੇ ਉਹ ਇਹੋ ਜਿਹੀਆਂ ਦਲੀਲਾਂ ਦਿੰਦੇ ਵੀ ਇਹ ਤਾਂ ਇਵੇਂ ਜਿਵੇਂ ਕਿਸੇ ਦਾ ਢਿੱਡ ਪਾੜਨਾ ਹੈ। ਹਾਂ, ਗੁਰਬਾਣੀ ਦਾ ਕੀਰਤਨ ਕਰਨਾ ਚਾਹੀਦਾ ਜ਼ਰੂਰ, ਉਹ ਵੀ ਰਾਗ ਵਿੱਚ, ਪਰ ਗੁਰਬਾਣੀ ਦੇ ਅਰਥ ਨਹੀਂ ਕਰਨੇ ਚਾਹੀਦੇ। ਅਤੇ ਕਥਾ ਤਾਂ ਬਿਲਕੁਲ ਨਹੀਂ ਕਹਿੰਦੇ ਕਰਨੀ ਚਾਹੀਦੀ, ਕੀਰਤਨ ਜਿਹੜਾ ਨਿਰੋਲ ਹੁੰਦਾ ਉਹੀ ਉਹ ਕਰਨਾ ਚਾਹੀਦਾ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ ਹੈ, ਐਵੇਂ ਉਹ ਪ੍ਰਮਾਣ ਜੇ ਦੇ ਦਿੰਦੇ। ਪਰ ਜਦੋਂ ਆਪਾਂ ਇਤਿਹਾਸ ਪੜ੍ਹੀਏ ਫਿਰ ਜਾ ਕੇ ਪਤਾ ਲੱਗਦਾ ਹੈ ਕਿ ਸਤਿਗੁਰੂ ਜੀ ਨੇ ਹੁਣ ਮਥੁਰਾ ਵਿੱਚ ਉਹ ਪੁੱਛਣੇ ਕਰਕੇ ਅਰਥ ਸੁਣਾਏ ਸੀ। ਇਸੇ ਤਰ੍ਹਾਂ ਹੀ ਜਦੋਂ ਆਪਾਂ ਹੋਰ ਇਤਿਹਾਸ ਪੜ੍ਹਾਂਗੇ, ਬਾਕੀ ਸਤਿਗੁਰਾਂ ਦੀ ਇਵੇਂ ਕਥਾ ਆਉਂਦੀ ਹੈ ਵੀ ਪਹਿਲਾਂ ਕੀਰਤਨ ਹੁੰਦਾ ਹੈ, ਬਾਅਦ ਵਿੱਚ ਸਤਿਗੁਰੂ ਜੀ ਆਪਣੇ ਤਖਤਾਂ ਉੱਪਰ ਬੈਠ ਕੇ ਉਪਦੇਸ਼ ਕਰਦੇ ਹੈ। ਉਹ ਜੋ ਉਪਦੇਸ਼ ਕਰਦੇ ਉਹ ਕਥਾ ਹੀ ਦੇ ਹੁੰਦੀ, ਹੋਰ ਕੀ ਹੁੰਦਾ ਹੈ। ਫਿਰ ਪ੍ਰਤੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਕਾਂਚੀ ਵਿਖੇ ਵੀ ਜਿਹੜੇ ਪਹਿਲਾਂ ਗੁਰਬਾਣੀ ਉਚਾਰੀ ਹੈ ਮੁੱਖੋਂ, ਫਿਰ ਉਹਦੇ ਅਰਥ ਕੀਤੇ ਹੈ। ਫਿਰ ਉਸ ਤੋਂ ਬਾਅਦ ਭਾਈ ਮਣੀ ਸਿੰਘ, ਬਾਬਾ ਦੀਪ ਸਿੰਘ ਹੋਣਾ ਦੀ ਸੇਵਾ ਲਾਈ ਹੈ ਕਥਾ ਕਰਨ ਦੀ, ਵੀ ਗੁਰਬਾਣੀ ਦੇ ਸ਼ੁੱਧ ਉਚਾਰਨ ਕਰਕੇ ਤੇ ਅਰਥ ਪੜ੍ਹਾਉਣੇ ਹੈ ਅਤੇ ਪੜ੍ਹਨੇ ਹੈ। ਇਸ ਤਰ੍ਹਾਂ ਜੇ ਕੋਈ ਸਾਨੂੰ ਪੁੱਛ ਲਏ ਵੀ ਕਥਾ ਪਹਿਲਾਂ ਕਿਹਨੇ ਕੀਤੀ ਹੈ, ਅਤੇ ਉਹ ਅਥਾਨਕਾ ਇਹੋ ਹੀ ਹੈ ਵੀ ਗੁਰੂ ਨਾਨਕ ਸਾਹਿਬ ਜੀ ਨੇ ਮਥੁਰਾ ਵਿੱਚ ਪੁੱਛਣੇ ਕਰਕੇ ਕਥਾ ਕੀਤੀ ਸੀ। ਗੁਰੂ ਸਾਹਿਬ ਜੀ ਨੇ ਜਿਵੇਂ ਹੁਣ ਉਹ ਅਰਥ ਕਰਕੇ ਸੁਣਾਏ ਕਿ ਕਥਾ ਦੀ ਜਿਸ ਤਰ੍ਹਾਂ ਮਹਾਨਤਾ ਹੈ, ਕਿ ਜਿਵੇਂ ਕੀਰਤਨ ਨੂੰ ਪ੍ਰਧਾਨਤਾ ਹੀ ਦਿੰਦੇ ਹੈ, ਪਰ ਐਸਾ ਕੁਝ ਨਹੀਂ ਹੈ ਵੀ ਇਕੱਲਾ ਕੀਰਤਨ ਹੀ ਪ੍ਰਧਾਨ ਮਹਾਰਾਜ ਜੀ ਨੇ ਕਿਹਾ ਹੈ। ਗੁਰੂ ਸਾਹਿਬ ਨੇ ਇਹ ਵੀ ਕਿਹਾ ਹੈ, ਸਭ ਤੇ ਊਤਮ ਹਰਿ ਕੀ ਕਥਾ, ਕਥਾ ਕੀਰਤਨ ਸੁਖਦਾਈ, ਸੁਣ ਹਰ ਕਥਾ ਉਤਾਰੀ ਮੈਲ, ਸਦਲ ਬਲਹਾਰੀ ਤਿਨਾ ਜੇ ਸੁਣਤੇ ਹਰ ਕਥਾ। ਗੁਰੂ ਸਾਹਿਬ ਜੀ ਨੇ ਤਾਂ ਬਹੁਤ ਕੁਝ ਕਿਹਾ ਹੈ, ਉਹ ਇੱਕ ਪੱਖ ਲੈ ਕੇ ਨਹੀਂ ਜਿਹੜਾ ਚੱਲ ਪੈਣਾ ਹੈ। ਇਹ ਤਾਂ ਗੁਰੂ ਸਾਹਿਬ ਜੀ ਨੇ ਜਿੱਥੇ ਵੀ ਗਏ ਹੈ ਅਤੇ ਉੱਥੇ ਉਪਦੇਸ਼ ਕੀਤੇ ਹੈ। ਅੱਜ ਨੂੰ ਸ਼ਬਦ ਉਚਾਰਦੇ ਰਹੇ ਹੈ, ਮਹਾਰਾਜਾ ਸਮਝਾਉਂਦੇ ਰਹੇ ਹੈ ਕਿਸੇ ਨੂੰ ਵੀ ਤੂੰ ਇਵੇਂ ਨਹੀਂ ਇਵੇਂ ਕਰਨਾ, ਸਤਿਨਾਮ ਜਪਣਾ ਹੈ, ਵੰਡ ਛਕਣਾ ਹੈ, ਉਹ ਕਥਾ ਹੀ ਤਾਂ ਹੈ। ਇਸ ਤਰ੍ਹਾਂ ਕਥਾ ਦੀ ਵੀ ਬਹੁਤ ਮਹਾਨਤਾ ਹੈ। ਜਿਹੜੇ ਕੋਈ ਆ ਹੋਛੀਆਂ ਜੇ ਦਲੀਲਾਂ ਇਹ ਕਿਸੇ ਕੰਮ ਨਹੀਂ ਹੈ। ਅਤੇ ਸਤਿਗੁਰੂ ਜੀ ਦੀ ਜਿਵੇਂ ਅੱਗੇ ਕਥਾ ਵਿਚਾਰ ਆ ਰਹੀ ਹੈ, ਗੁਰੂ ਨਾਨਕ ਸਾਹਿਬ ਜੀ ਨੇ ਜਿਵੇਂ ਇਹ ਸ਼ਬਦ ਦੇ ਅਰਥ ਕਰਕੇ ਸੁਣਾਏ, ਉਹ ਕਥਾ ਵਿਚਾਰ ਜਿਵੇਂ ਅੱਜ ਆ ਰਹੀ ਆਪਾਂ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਉੱਚੇ ਸੁਰ ਸੋ ਸ਼ਬਦ ਬਸਾਇਓ। ਗੁਰੂ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਕਹਿ ਕੇ ਰਬਾਬ ਵਜਵਾਇਆ ਹੈ। ਬੜੇ ਉੱਚੇ ਸੁਰ ਨਾਲ
ਇਸ ਸ਼ਬਦ ਨੂੰ ਵਸਾਇਆ ਹੈ, ਗਾਇਆ ਹੈ। ਰਾਮ ਕਲੀ ਸੋ ਰਾਗ ਮਹਿ ਗਾਇਓ। ਤੇ ਇਸ ਤਰ੍ਹਾਂ ਰਾਮ ਕਲੀ ਰਾਗ ਦੇ ਵਿੱਚ ਹੀ ਗਾਇਆ ਹੈ। ਰਾਮ ਕਲੀ ਦੇ ਰਾਗ ਵਿੱਚ ਹੀ ਉਚਾਰਨ ਕੀਤਾ। ਸੁਨ ਸੁਨ ਕਰ ਬਹੁ ਮਾਨਵ ਆਏ। ਜਦੋਂ ਗੁਰੂ ਸਾਹਿਬ ਜੀ ਨੇ ਬੜੀ ਉੱਚੀ ਸੁਰ ਨਾਲ ਇਸ ਸ਼ਬਦ ਨੂੰ ਗਾਇਆ ਹੈ ਤੇ ਇਹ ਮਥੁਰਾ ਦੇ ਆਸ-ਪਾਸ ਦੇ ਜਿਹੜੇ ਲੋਕ ਉੱਥੇ ਇਕੱਠੇ ਹੋਏ ਸੀ, ਸ਼ਬਦ ਦਾ ਕੀਰਤਨ ਸੁਣ ਸੁਣ ਕੇ ਬਹੁਤ ਮਨੁੱਖ ਆਏ ਹੈ। ਪ੍ਰੀਤ ਧਾਰ ਬੈਸੇ ਤਿਹ ਥਾਏ। ਬਹੁਤ ਪ੍ਰੀਤੀ ਪ੍ਰੇਮ ਧਾਰ ਕੇ ਉਸੇ ਥਾਂ ਹੀ ਆ ਬੈਠੇ। ਕੇਤਿਕ ਪੰਡਤ ਤਿਨ ਮਝਾਰੀ। ਕਈ ਕੋਨਾਂ ਵਿੱਚ ਪੰਡਿਤ ਬੜੇ ਸਿਆਣੇ ਸਨ, ਪੜ੍ਹੇ ਲਿਖੇ। ਸ਼ਬਦ ਸਰਾਨਾ ਸਨ ਗਿਰਾ ਉਚਾਰੀ। ਸ਼ਬਦ ਦਾ ਕੀਰਤਨ ਕੰਨਾਂ ਵਿੱਚ ਸੁਣ ਕੇ ਉਹਨਾਂ ਪੰਡਤਾਂ ਨੇ ਸਤਿਗੁਰੂ ਜੀ ਨੂੰ ਕਿਹਾ, ਇਸ ਕੇ ਅਰਥ ਸੁਨਾਈਏ ਹਮਕੋ। ਇਹ ਮਹਾਤਮਾ ਜੀ, ਇਸ ਸ਼ਬਦ ਦੇ ਜਿਹੜੇ ਅਰਥ ਹੈ ਉਹ ਵੀ ਆਪ ਜੀ ਸੁਣਾਈਏ ਸਾਨੂੰ। ਸੰਤ ਰੂਪ ਦੇਖਤ ਹੈ ਤੁਮਕੋ। ਕਿਉਂਕਿ ਅਸੀਂ ਤੁਹਾਨੂੰ ਪੂਰਨ ਮਹਾਂਪੁਰਖ ਸੰਤ ਜਿਹੜਾ ਦੇਖਦੇ ਆ ਮਹਾਨ। ਸ੍ਰੀ ਨਾਨਕ ਸੁਨ ਅਰਥ ਬਖਾਨਾ। ਸੁਣ ਕਰਕੇ ਸਤਿਗੁਰੂ ਜੀ ਨੇ ਇਸ ਸ਼ਬਦ ਦੇ ਜਿਹੜੇ ਅਰਥ ਕਹੇ ਹੈ ਵੀ ਜੋ ਸ਼ਬਦ ਹੈ ਸੋਈ ਚੰਦ ਚੜ੍ਹੇ ਸੇ ਤਾਰੇ, ਸੋਈ ਦਿਨਿਅਰ ਤਪਤ ਰਹਿ ਸਾ ਧਰਤੀ, ਸੋ ਪੌਣ ਚੁਲਾਰੇ ਜੁਗ ਜੀਏ ਖੇਲੇ ਥਾਵ ਕੈਸੇ, ਜੀਵਨ ਤਲਬ ਨਿਵਾਰ ਹੋਏ ਪਰਵਾਣਾ ਕਰੇ ਧਿਆਣਾ, ਕਲ ਲਖਣ ਵਿਚਾਰ। ਇਹ ਸ਼ਬਦ ਦੇ ਜਿਹੜੇ ਅਰਥ ਸਤਿਗੁਰੂ ਜੀ ਨੇ ਫਿਰ ਉਚਾਰੇ ਹੈ, ਕਹੇ ਹੈ। ਇੱਕ ਮਨ ਹੋਇ ਕਰ ਸੁਨਹ ਸਜਾਨਾ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਹੇ ਸੁਗੜ ਸਜਾਨ ਪੰਡਤੋ ਵਿਦਵਾਨੋ, ਇੱਕ ਮਨ ਇੱਕ ਚਿੱਤ ਹੋ ਕਰਕੇ ਇਹ ਸ਼ਬਦ ਦੇ ਅਰਥ ਸੁਣੇ ਕਰੋ। ਸਸ ਰਬ ਉੱਡ ਛਿਤ ਬਾਏ ਸੋ ਤੈਸੇ। ਉਸੇ ਤਰ੍ਹਾਂ ਮਹਾਰਾਜ ਕਹਿੰਦੇ ਚੰਦਰਮਾ ਜਿਹੜਾ ਚੜ ਰਿਹਾ ਹੈ, ਉਸੇ ਤਰ੍ਹਾਂ ਹੀ ਜਿਹੜਾ ਸੂਰਜ ਹੈ ਉਹ ਤਪ ਰਿਹਾ ਹੈ, ਤਾਰੇ ਜਿਹੜੇ ਟਿਮਟਮਾ ਰਹੇ ਹੈ, ਧਰਤੀ ਵੀ ਉਹੀ ਉਹ ਹੈ, ਹਵਾ ਵੀ ਉਹੀਓ ਝੁੱਲ ਰਹੀ ਹੈ। ਤ੍ਰੈ ਜੁਗ ਮਹਿ ਵਰਤਹ ਥੀ ਜਾਸੇ। ਜਿਸ ਤਰ੍ਹਾਂ ਤਿੰਨਾਂ ਯੁੱਗਾਂ ਸਤਿਯੁਗ ਤ੍ਰੇਤਾ ਦੁਆਪਰ ਵਿੱਚ ਵਰਤ ਰਹੀ ਸੀ, ਸਤਿਯੁਗ ਵਿੱਚ ਤ੍ਰੇਤੇ ਦੁਆਪਰ 'ਚ ਜਿਵੇਂ ਤਾਰੇ ਟਿਮਟਮਾ ਰਹੇ ਸਨ, ਉਸੇ ਤਰ੍ਹਾਂ ਹੁਣ ਟਿਮਟਮਾ ਰਹੇ ਹੈ। ਜਿਸ ਤਰ੍ਹਾਂ ਸੂਰਜ ਚੜ੍ਹਦਾ ਸੀ ਤਿੰਨਾਂ ਯੁੱਗਾਂ ਵਿੱਚ, ਹੁਣ ਵੀ ਚੜ੍ਹ ਰਿਹਾ ਉਹੀ ਸੂਰਜ। ਚੰਦਰਮਾ ਜਿਵੇਂ ਚੜ੍ਹਦਾ ਰਾਤ ਦੇ ਸਮੇਂ, ਉਹੀਓ ਚੰਦਰਮਾ ਹੁਣ ਚੜ੍ਹ ਰਿਹਾ ਹੈ। ਉਸੇ ਤਰ੍ਹਾਂ ਹੀ ਸਾਰਾ ਕੁਝ ਹੋ ਰਿਹਾ ਹੈ। ਦੋਹਰਾ ਮਾਨਵ ਮਲਿਨ ਬੁੱਧੀ ਭਏ। ਕਹਿਣ ਲੱਗੇ ਫਿਰ ਮਹਾਰਾਜ ਕਲਯੁਗ ਕਿੱਥੋਂ ਆ ਗਿਆ ਹੈ। ਗੁਰੂ ਸਾਹਿਬ ਜੀ ਕਹਿਣ ਲੱਗੇ ਜਿਹੜੇ ਆ ਮਨੁੱਖ ਹੈ ਨਾ, ਜੀਵ, ਕਲਯੁਗ ਦੇ ਸਮੇਂ ਵਿੱਚ ਇਹ ਜਿਹੜੇ ਮਨੁੱਖ ਮੈਲੀ ਬੁੱਧੀ ਵਾਲੇ ਹੋ ਗਏ ਐ। ਜਾਂ ਤੇ ਕਲੀ ਲਖਾਏ। ਇਸੇ ਕਰਕੇ ਕਲਯੁਗ ਦਾ ਸਮਾਂ ਜਾਣਿਆ ਜਾਂਦਾ ਹੈ। ਜਿਹੜੇ ਮੈਲੀ ਬੁੱਧੀ ਵਾਲੇ ਹੋ ਗਏ ਐ, ਆ ਠੱਗੀਆਂ ਯਾਰੀਆਂ ਚੋਰੀਆਂ 'ਚ ਪੈ ਗਏ ਹਨ। ਕੋਨਾ ਇਨਕੋ ਵਿਸ਼ਵਾਸ ਕਿਆ। ਫਿਰ ਕਲਯੁਗ ਦੇ ਜਿਹੜੇ ਜੀਵਾਂ ਦਾ ਵਿਸ਼ਵਾਸ ਵੀ ਕੀ ਹੈ, ਭਾਵ ਇਹਨਾਂ ਦਾ ਕੀ ਭਰੋਸਾ ਵੀ ਕਦੋਂ ਇਹ ਮਰ ਮੁੱਕ ਜਾਣ। ਕਾਲ ਜੇ ਨਰ ਜਨਮ ਆਏ। ਕਲਯੁਗ ਦੇ ਵਿੱਚ ਜਿਹੜੇ ਪੁਰਸ਼ ਜਨਮ ਰਹੇ ਹੈ, ਜਨਮਦੇ ਹਨ, ਪੈਦਾ ਹੋ ਰਹੇ ਹੈ, ਇਹਨਾਂ ਦਾ ਕੀ ਵਿਸ਼ਵਾਸ ਹੈ, ਕਿਨੇ ਕਿੱਧਰ ਜਾਣਾ ਹੈ, ਕਿਨੇ ਕੀ ਕਰਨਾ, ਕਿੱਧਰ ਕੀ ਹੋ ਜਾਣਾ ਹੈ। ਫਿਰ ਇਹਨਾਂ ਦੀ ਜਿਹੜੀ ਉਮਰਾਂ ਵੀ ਥੋੜ੍ਹੀ ਹੈ, ਪਤਾ ਨਹੀਂ ਇੱਕ ਦੋ ਮਰ ਮੁੱਕ ਜਾਣ। ਚੌਪਈ ਬਰਖਾ ਬਿਖਾ ਬੁੱਧ ਬੁੱਧਾ ਜਾਸੇ। ਜਿਸ ਤਰ੍ਹਾਂ ਮਹਾਰਾਜ ਕਹਿੰਦੇ ਬਾਰਿਸ਼ ਵਿੱਚ ਮੀਂਹ ਵਿੱਚ ਕਣੀਆਂ ਪੈਂਦੀਆਂ ਤੇ ਬੁਲਬੁਲੇ ਜੇ ਪੈਦਾ ਹੁੰਦੇ ਐ। ਉਪਜਤ ਬਿਨਸਤ ਹੈ ਇਹ ਤੈਸੇ। ਕਲਯੁਗ ਦੇ ਜੀਵ ਉਸੇ ਤਰ੍ਹਾਂ ਹੀ ਪੈਦਾ ਹੋਈ ਜਾਂਦੇ ਤੇ ਮਰੀ ਜਾਂਦੇ ਐ। ਜੈਸੇ ਜਲ ਤੇ ਬੁੱਧ ਬੁੱਧਾ
ਗੁਰੂ ਤੇਗ ਬਹਾਦਰ ਜੀ ਕਹਿੰਦੇ ਹੈ ਕਿ ਜਿਸ ਤਰ੍ਹਾਂ ਜਲ ਤੋਂ ਬੁੱਧ ਬੁੱਧਾ ਬੁਲਬੁਲੇ ਜੇ ਪੈਦਾ ਹੋਏ ਜਾਂਦੇ ਹੈ, ਉਪਜੈ ਬਿਨਸੈ ਨੀਤ ਵੀ ਹਮੇਸ਼ਾ ਹੀ ਉਹ ਜਿਹੜੇ ਕਦੀ ਪੈਦਾ ਹੋ ਜਾਂਦੇ ਹੈ ਅਤੇ ਨਾਸ ਹੋਈ ਜਾਂਦੇ ਹੈ। ਇਸੇ ਤਰ੍ਹਾਂ ਜਿਹੜੇ ਕਲਯੁਗ ਦੇ ਜੀਵ ਹੈ ਉਹ ਵੀ ਪੈਦਾ ਹੋਈ ਜਾਂਦੇ, ਬੁਲਬੁਲਿਆਂ ਵਾਂਗ ਤੇ ਮਰੀ ਜਾਂਦੇ ਹੈ। ਜੋ ਕਲ ਜੁਗ ਕਿਤ ਦੇਸ਼ ਨਾ ਆਇਓ। ਬਾਕੀ ਵੀ ਪੰਡਤੋ ਜਿਹੜਾ ਕਲਯੁਗ ਹੈ ਉਹ ਕਿਸੇ ਦੇਸ਼ ਵਿੱਚ ਨਹੀਂ ਆਇਆ ਹੋਇਆ ਜਾਂ ਕਿਸੇ ਦੇਸ਼ ਤੋਂ ਨਹੀਂ ਆਇਆ। ਬੈਠਿਓ ਕਿਤੇ ਦੁਰਗ ਨਹਿ ਪਾਇਓ। ਫਿਰ ਉਹ ਕਿਤੇ ਬੜਾ ਤਗੜਾ ਕਿਲ੍ਹਾ ਪੱਕਾ ਬਣਾ ਕੇ ਪਾ ਕੇ ਉਸ ਕਿਲ੍ਹੇ ਵਿੱਚ ਨਹੀਂ ਬੈਠਾ ਹੋਇਆ। ਜੇ ਲਖਣ ਅਬ ਮਨਜ ਕਰਾਈ। ਫਿਰ ਕਹਿੰਦੇ ਮਾਰੇ ਕਿੱਥੇ ਉਹ ਕਲਯੁਗ। ਤੇ ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਮਨੁੱਖ ਹੈ ਨਾ ਹੁਣ, ਤੇ ਇਹ ਜਿਹੜੇ ਚਿੰਨ੍ਹ ਜੇ ਕਰ ਰਹੇ ਹੈ, ਜਿਹੜੇ ਇਹਨਾਂ ਮਨੁੱਖਾਂ ਦੇ ਲੱਛਣ ਹੈ, ਮਾੜੇ ਕਰਤੱਵ ਕਰ ਰਹੇ ਹੈ, ਠੱਗੀਆਂ ਮਾੜੇ ਕੰਮ ਕਰੀ ਜਾ ਰਹੇ ਹੈ। ਜਾਂ ਤੇ ਕਲਯੁਗ ਪਰਤ ਲਖਾਈ। ਇਸੇ ਕਰਕੇ ਕਲਯੁਗ ਜਾਣਿਆ ਪੈ ਰਿਹਾ ਵੀ ਕਲਯੁਗ ਆ ਗਿਆ ਹੈ। ਜਿਹੜੇ ਆ ਹੁਣ ਮਨੁੱਖ ਭੈੜੇ ਕਰਤੱਵ ਕਰ ਰਹੇ ਹੈ, ਕਿਤੇ ਕੋਈ ਇੱਜ਼ਤ ਨਹੀਂ ਰਹਿ ਰਹੀ ਕਿਸੇ ਦੀ, ਲੁਕ ਛਿਪ ਕੇ ਸਾਰੇ ਥਾਈਂ ਖੇ ਖਾਈ ਜਾ ਰਹੇ ਹੈ। ਇਹੋ ਕਲਯੁਗ ਦੇ ਲੱਛਣ ਜਾਣੇ ਪੈ ਰਹੇ ਆ ਵੀ ਕਲਯੁਗ ਆ ਗਿਆ ਹੈ। ਜਤ ਸਤ ਤਪ ਹੋਇ ਪੂਰਾ ਨਾਹੀ। ਜੇ ਕੋਈ ਜਤ ਆਪਣੇ ਆਪ ਨੂੰ ਜਤੀ ਕਹਾਉਂਦਾ ਹੈ ਤੇ ਉਹਦਾ ਜਤ ਪੂਰਾ ਨਹੀਂ ਹੈ, ਕਹਿਣ ਮਾਤਰ ਹੀ ਹੈ ਨਹੀਂ ਉਹ ਪੂਰਾ ਜਤੀ। ਜੇ ਕੋਈ ਆਪਣੇ ਆਪ 'ਚ ਸਤੀ ਕਹਾਉਂਦਾ ਵੀ ਮੈਂ ਸਤ ਪਰਤੱਗੀ ਹਾਂ, ਸੱਚ ਬੋਲਣਾ ਹੈ, ਉਹ ਸੱਚ ਬੋਲਣ ਵਿੱਚ ਪੂਰਾ ਨਹੀਂ ਹੈ। ਬਾਅਦ ਵਿੱਚ ਉਹਦਾ ਸਤ ਨਾਸ ਹੋ ਜਾਂਦਾ, ਝੂਠ ਬੋਲ ਜਾਂਦਾ ਹੈ, ਪਹਿਲਾਂ ਕੁਝ ਕਹਿੰਦਾ ਹੈ ਬਾਅਦ ਵਿੱਚ ਕੁਝ ਕਹਿ ਜਾਂਦਾ ਹੈ। ਇਸੇ ਤਰ੍ਹਾਂ ਹੀ ਜਿਹੜਾ ਕੋਈ ਤਪ ਕਰਨ ਵਾਲਾ ਤਪੀ ਹੈ, ਉਹਦਾ ਤਪ ਪੂਰਾ ਨਹੀਂ ਹੁੰਦਾ ਹੈ, ਕੋਈ ਨਾ ਕੋਈ ਵਿੱਚ ਵਿਘਨ ਪੈ ਹੀ ਜਾਂਦਾ ਹੈ। ਨਾਮ ਜਪੈ ਤਿਹ ਕਹਿ ਬਦਰਾਹੀ। ਜੇ ਕੋ ਨਾਉ ਲੈ ਬਦਨਾਵੀ ਕਲ ਕੇ ਲਖਣ ਏ। ਫਿਰ ਇਹ ਕਲਯੁਗ ਦਾ ਲੱਛਣ ਹੈ ਵੀ ਜੇ ਕੋਈ ਸਹੀ ਰੂਪ ਵਿੱਚ ਵਾਹਿਗੁਰੂ ਵਾਹਿਗੁਰੂ ਨਾਮ ਜਪਦਾ ਕਹਿੰਦਾ ਹੈ ਤੇ ਲੋਕ ਇਕੱਠੇ ਹੋ ਕੇ ਉਹਨੂੰ ਕਹਿੰਦੇ ਤੇ ਬਦਰਾਈਆ ਹੈ, ਖੋਟੇ ਰਾਹ 'ਤੇ ਕੁਰਾਹੀਆ ਪੈ ਗਿਆ, ਇਹ ਕੁਰਾਹੀਆ ਹੋ ਗਿਆ, ਇਹ ਤੇ ਜਿਹੜਾ ਭੈੜੇ ਰਾਹ 'ਤੇ ਪੈ ਗਿਆ, ਕੱਖ ਨਹੀਂ ਖੱਟਿਆ ਇਸ ਨੇ ਜਨਮ ਕੇ। ਤੇ ਉਹ ਮਾਂ ਪਿਓ ਵੀ ਕਹਿੰਦੇ ਹੈ ਹਮਾਰੇ ਕੁਲ ਕੌਨੇ ਰਾਮ ਕਹਿਓ ਜਬ ਕੀ ਮਾਲਾ ਲਈ ਨਪੂਤੇ ਤਬ ਤੇ ਸੁਖ ਨਾ ਭਇਓ। ਅੱਜ ਜਦੋਂ ਦਾ ਲੱਗ ਗਿਆ ਇਸ ਪਾਸੇ ਸਾਨੂੰ ਸੁੱਖ ਨਹੀਂ ਹੋਇਆ, ਕੋਈ ਫਾਇਦਾ ਨਹੀਂ ਨਿਕਲਿਆ, ਜਨਮ ਦੇ ਕੇ ਤੇ ਖੋਟੇ ਰਾਹ ਤੇ ਪੈ ਗਿਆ ਹੈ। ਦੋਹਰਾ ਸਤ ਜੁਗ ਪਾਪੀ ਏਕ ਤੇ। ਬਾਕੀ ਵੀ ਜੋ ਸਤਜੁਗ ਵਿੱਚ ਤੇ ਕੋਈ ਇੱਕ ਪਾਪੀ ਹੁੰਦਾ ਸੀ ਤੇ ਇੱਕ ਜੋ ਪਾਪ ਕਰਦਾ ਸੀ ਪਾਪੀ ਬਣ ਕੇ। ਦੇਸ਼ ਮਾਰੀਏ ਸੋਏ। ਉਹਦੇ ਕਰਕੇ ਸਾਰਾ ਜਿਹੜਾ ਦੇਸ਼ ਇਲਾਕਾ ਹੀ ਮਾਰਿਆ ਜਾਂਦਾ ਸੀ, ਸਾਰੇ ਦੇਸ਼ ਨੂੰ ਸਜ਼ਾ ਮਿਲਦੀ ਸੀ। ਤ੍ਰੇਤੇ ਨਗਰੀ ਪੀੜੀਏ। ਤ੍ਰੇਤੇ ਵਿੱਚ ਜੇ ਕੋਈ ਪਾਪ ਕਰਦਾ ਸੀ ਇੱਕ ਜਣਾ ਤੇ ਸਾਰੀ ਨਗਰੀ ਪੀੜੀ ਜਾਂਦੀ ਸੀ, ਭਾਵ ਸਾਰੇ ਨਗਰ ਨੂੰ ਦੁੱਖ ਮਿਲਦਾ ਸੀ, ਉਹ ਸਾਰੇ ਨਗਰ ਨੂੰ ਸਜ਼ਾ ਮਿਲਦੀ ਸੀ। ਜਿਵੇਂ ਲੰਕਾ ਸੀ ਉਹਦੀ ਰਾਵਣ ਦੀ ਨਗਰੀ, ਉਹ ਸਾਰੀ ਨਗਰੀ ਪੀੜੀ ਗਈ ਸੀ। ਦੁਆਪਰ ਕੁਲ ਅਗ ਹੋਏ। ਦੁਆਪਰ ਵਿੱਚ ਜੇ ਕੋਈ ਇੱਕ ਜਣਾ ਪਾਪ ਕਰਦਾ ਤੇ ਉਹਦੀ ਸਾਰੀ ਕੁਲ ਦਾ ਹੀ ਨਾਸ ਹੋ ਜਾਂਦਾ। ਜੇ ਕੋਈ ਇੱਕ ਪੁੱਠੇ ਰਾਹ 'ਤੇ ਚੱਲਦਾ ਸੀ ਉਹਦਾ ਸਾਰੀ ਕੁੱਲ ਨੂੰ ਭੁਗਤਣਾ ਪੈਂਦਾ, ਕੁੱਲ ਹੀ ਨਾਸ ਹੋ ਜਾਂਦੀ ਸੀ। ਜੋ ਪਈ ਕਲਯੁਗ ਪਾਪ ਕਰੈ ਸੋ ਪਾਵਤ। ਕਲਯੁਗ ਵਿੱਚ ਇਹੀ ਵਿਸ਼ੇਸ਼ਤਾ ਹੈ ਵੀ ਕਲਯੁਗ ਵਿੱਚ ਜਿਹਾ ਬੀਜੇ ਸੋ ਲੈਣਾ, ਕਰਮਾਂ ਸੰਦੜਾ ਖੇਤ। ਜਿਹੋ ਜਿਹਾ ਕੋਈ ਬੀਜੇਗਾ ਉਹੋ ਜਿਹਾ ਉਹ ਪਾ ਲਏਗਾ। ਕਲਯੁਗ ਵਿੱਚ ਜਿਹੜਾ ਇੱਕ ਜਣਾ ਪਾਪ ਕਰੇਗਾ
ਉਹਦਾ ਫਲ ਸਜ਼ਾ ਉਹ ਕੱਲਾ ਆਪ ਹੀ ਪਾਵੇਗਾ। ਪੁਨ ਸਤਿਗੁਰ ਜਿਹ ਕੋ ਬਖਸ਼ਾਵਤ। ਪੰਡਤੋ ਗੱਲ ਤੇ ਵਿਚਲੀ ਇਹ ਹੈ ਕਿ ਸਤਿਗੁਰੂ ਜਿਸ ਨੂੰ ਬਖਸ਼ਾ ਲੈਣ ਬਖਸ਼ ਦੇਣ। ਨਾਮ ਦਾਨ ਦੇ ਕਰੈ ਉਦਾਰਾ। ਤੇ ਆਪਣਾ ਉਪਦੇਸ਼ ਦੇ ਕੇ ਨਾਮ ਸਤਿਨਾਮ ਵਾਹਿਗੁਰੂ ਨਾਮ ਦਾ ਦਾਨ ਦੇ ਦੇਣ, ਉਸ ਦਾ ਉਧਾਰ ਕਰ ਦਿੰਦੇ ਹੈ ਗੁਰੂ ਪੂਰੇ। ਇਸ ਬਿਨ ਅਪਰ ਨਾ ਕੋ ਉਪਚਾਰ। ਕਲਯੁਗ ਦੇ ਵਿੱਚ ਨਾਮ ਤੋਂ ਬਿਨਾਂ ਹੋਰ ਤੇ ਕੋਈ ਉਪਚਾਰ ਹੀਲਾ ਹੈ ਹੀ ਨਹੀਂ ਹੈ, ਹੋਰ ਕੋਈ ਯਤਨ ਹੈ ਹੀ ਨਹੀਂ ਬਚਨ ਦਾ। ਸਤਿਯੁਗ ਸਤ ਤ੍ਰੇਤਾ ਜੱਗੀ ਦੁਆਪਰ ਪੂਜਾ ਚਾਰ, ਤੀਨੋਂ ਯੁੱਗ ਤੀਨੋਂ ਦ੍ਰਿੜ੍ਹ ਕਲ ਕੇਵਲ ਨਾਮ ਆਧਾਰ। ਇਹ ਬਸ ਕਲਯੁਗ ਦੇ ਵਿੱਚ ਤੇ ਰਾਮ ਦੇ ਨਾਮ ਨਾਲ ਹੀ ਨਿਸਤਾਰਾ ਹੈ। ਵੇਦ ਥਰਬਨ ਮਥ ਕਰ ਸਭ ਹੀ। ਜੋ ਬ੍ਰਹਮਾ ਹੈ ਉਸਨੇ ਆ ਵੇਦ ਅਥਰਪਣ ਹੈ, ਜੋ ਕਲਯੁਗ ਵਿੱਚ ਪ੍ਰਮਾਣ ਅਥਰਬਣ ਵੇਦ ਹੈ, ਉਸ ਅਥਰਬਣ ਵੇਦ ਨੂੰ ਮਥ ਕਰਕੇ ਰਿੜਕ ਕਰਕੇ ਉਹਦੀ ਵਿਚਾਰ ਕਰਕੇ ਹਰ ਕੀਰਤ ਗਾਤ ਦੇਵਤ ਅਬਹੀ। ਜਿਹੜੀ ਵਾਹਿਗੁਰੂ ਦੀ ਕੀਰਤਨ ਭਗਤੀ ਹੈ ਮੁਕਤੀ ਦੇਣ ਵਾਲੀ, ਉਹ ਮੁਕਤੀ ਦੇਣ ਵਾਲੀ ਹਰੀ ਪਰਮੇਸ਼ਰ ਦੀ ਕੀਰਤਨ ਭਗਤੀ ਦਿੱਤੀ ਹੈ, ਉਸ ਨਾਲ ਹੀ ਉਧਾਰ ਹੋਵੇਗਾ ਕਲਯੁਗ ਵਿੱਚ। ਨਾਵਨ ਧੋਵਨ ਬਿਰਥਾ ਸਾਰੇ। ਬਾਕੀ ਵੀ ਜਿਹੜਾ ਆਪ ਨਹਾਉਣਾ ਹੈ ਸਰੀਰ ਕਰਕੇ, ਫਿਰ ਠਾਕਰਾਂ ਨੂੰ ਧੋਣਾ ਹੈ, ਉਹ ਠਾਕਰਾਂ ਦੇ ਇਸ਼ਨਾਨ ਜੇ ਕਰਾਉਣੇ, ਇਹ ਤੇ ਸਾਰੇ ਵਿਅਰਥ ਨਿਸਫਲ ਹੀ ਹਨ। ਰਾਗ ਦਵੈਖ ਮਲ ਨਹੀਂ ਉਤਾਰੇ। ਜਿੰਨਾ ਚਿਰ ਉਹ ਜੀਵ ਆਪਣੇ ਅੰਦਰੋਂ ਆਪਣੇ ਹਿਰਦੇ ਅੰਦਰੋਂ ਜਿਹੜੀ ਰਾਗ ਮੋਹ ਦਵੈਖ ਈਰਖਾ ਦੀ ਮੈਲ ਨਹੀਂ ਲਾਉਂਦਾ ਹੈ, ਵੀ ਆਪਣਿਆਂ ਨਾਲ ਰਾਗ ਪ੍ਰੇਮ, ਜਿਹੜੇ ਕੋਈ ਆਪਣੇ ਨਹੀਂ ਉਹਨਾਂ ਨਾਲ ਦਵੈਖ ਜਿਹੜੀ ਈਰਖਾ ਕਰਦਾ ਹੈ, ਜਿੰਨਾ ਚਿਰ ਰਾਗ ਦਵੈਖ ਦੀ ਮੈਲ ਆਪਣੇ ਹਿਰਦੇ ਵਿੱਚੋਂ ਨਹੀਂ ਲਾਉਂਦਾ, ਉਨਾ ਚਿਰ ਸਾਰਾ ਨਿਸਫਲ ਹੀ ਹੈ ਨਹਾਉਣਾ ਧੋਣਾ ਸਭ। ਸੱਚ ਨਾ ਕਮਾਵਹੁ ਹੋਏ ਨਾ ਸੋਚੋ। ਸੱਚ ਤੇ ਜਿਹੜਾ ਕਲਯੁਗ ਵਿੱਚ ਕਮਾ ਨਹੀਂ ਰਹੇ ਹੈ, ਸੱਚ ਤੇ ਬੋਲ ਨਹੀਂ ਰਹੇ ਹੈ, ਜਿਸ ਕਰਕੇ ਹੋਏ ਨਾ ਸੋਚੋ, ਇਹ ਮਨ ਅੰਦਰਲਾ ਪਵਿੱਤਰ ਨਹੀਂ ਹੋ ਸਕਦਾ, ਸੱਚ ਦੇ ਕਮਾ ਨਹੀਂ ਰਹੇ। ਸੱਚ ਨਾਮ ਕਰ ਬੰਧਨ ਮੋਚੋ। ਸੱਚ ਜਿਹੜਾ ਸੱਚਾ ਪਰਮੇਸ਼ਰ ਦਾ ਨਾਮ, ਉਹਦੇ ਕਰਕੇ ਤੇ ਸੰਸਾਰ ਦੇ ਜਿਹੜੇ ਮੋਹ ਮਮਤਾ ਦੇ ਬੰਧਨ ਉਹ ਨਾਸ ਹੁੰਦੇ ਹੈ। ਮਨ ਮਲੀਨ ਧਨ ਕਰਹਿ ਪਖੰਡਾ। ਪਰ ਮਨੁੱਖ ਜਿਹੜੇ ਮਨ ਦੇ ਮੈਲੇ ਹੋਏ ਪਏ, ਮਨ ਮਲੀਨ ਹੋਏ ਪਏ ਹੈ, ਤੇ ਸਰੀਰ ਕਰਕੇ ਜਿਹੜਾ ਬੜਾ ਪਖੰਡ ਕਰਦੇ ਆ, ਪਵਿੱਤਰ ਹੋ ਦਿਖਾਉਂਦੇ ਐ। ਸੇ ਨਰ ਸਹਿ ਅਧਿਕ ਜਮ ਡੰਡਾ। ਜਿਹੜੇ ਇਹੋ ਜਿਹੇ ਨਾ ਮਨੁੱਖ ਹੈ ਮੈਲੇ ਮਨਾਂ ਵਾਲੇ, ਪਖੰਡ ਕਰਦੇ ਸਰੀਰ ਕਰਕੇ ਨਹਾ ਧੋ ਕੇ, ਪਰ ਉਹ ਸਜ਼ਾ ਪਾਉਣਗੇ, ਕਿਉਂਕਿ ਮਨ ਮੈਲੇ ਸਭ ਕੁਛ ਮੈਲਾ। ਤਨ ਧੋਤੇ ਮਨ ਹੱਛਾ ਨਾ ਹੋਏ। ਸਰੀਰ ਧੋਤਿਆ ਮਨ ਚੰਗਾ ਨਹੀਂ ਹੋ ਜਾਂਦਾ ਹੈ। ਉਹ ਮੈਲੇ ਮਨਾਂ ਵਾਲੇ ਪਖੰਡ ਕਰਨ ਵਾਲੇ ਅੰਤ ਨੂੰ ਉਹ ਪੁਰਸ਼ ਜਮ ਦਾ ਡੰਡਾ ਹੀ ਸਹਿਣਗੇ, ਮਾਰ ਹੀ ਪਏਗੀ ਜਮ ਦੀ ਉਹਨਾਂ ਨੂੰ। ਰੁਚਿਰ ਰੰਗ ਜੋ ਹੋਏ ਮਯੂਰਾ। ਵੇਖ ਲਓ ਵੀ ਜਿਵੇਂ ਮਯੂਰਾ ਕਹੀਏ ਮੋਰ ਬੜੇ ਸੋਹਣੇ ਰੰਗ ਦਾ ਹੁੰਦਾ, ਕਈ ਰੰਗਾਂ ਦਾ ਹੁੰਦਾ ਉਹ। ਬੋਲਤ ਬਾਣੀ ਅਤ ਸਰੂਰਾ। ਜਦੋਂ ਉਹ ਮੋਰ ਬੋਲਦਾ ਤੇ ਬੜੀ ਸੋਹਣੀ ਬੋਲੀ ਬਾਣੀ ਬੋਲਦਾ ਹੈ, ਅਤਸ਼ੈ ਕਰਕੇ ਸੁੰਦਰ, ਉਸ ਬੜੀ ਸਰੀਲੀ ਆਵਾਜ਼ ਕੱਢਦਾ ਉਸ ਬਾਗਾਂ ਵਿੱਚ। ਬੀਨਾ ਬੀਨਾ ਕਿਰਮਨ ਕੋ ਖਾਹੀ। ਪਰ ਕੀ ਹੋ ਗਿਆ, ਜੋ ਸੋਨਾ ਦੇ ਆਵਾਜ਼ਾਂ ਚੰਗੀਆਂ ਕੱਢਦਾ ਹੈ, ਅੰਤ ਨੂੰ ਉਹ ਚੁਣ ਚੁਣ ਕੇ ਚੁੰਝਾਂ ਜਾਂ ਮਾਰ ਮਾਰ ਕੇ ਕਿਰਮੀ ਕੀੜੇ ਖਾਂਦਾ ਉਹ ਮੋਰ। ਤਿਉ ਦੰਬੀ ਭੇ ਅਬ ਜਗ ਮਾਹੀ। ਇਸੇ ਤਰ੍ਹਾਂ ਜਿਹੜੇ ਸੰਸਾਰ ਦੇ ਵਿੱਚ ਦੰਬੀ ਪਖੰਡੀ, ਉਹ ਇਸ ਤਰ੍ਹਾਂ ਦੇ ਹੋ ਗਏ ਮੋਰ ਵਰਗੇ, ਵੀ ਬਾਹਰੋਂ ਬੜੇ ਪਵਿੱਤਰ ਬਣ ਨਵੇਂ ਨਵੇਂ ਚੰਗੇ ਚੰਗੇ ਵਸਤਰ ਚਿੱਟੇ ਭੰਗਵੇਂ ਪਾ ਕੇ ਦਿਖਾਉਂਦੇ ਹੈ, ਅਤੇ ਬੜੀ ਮਿੱਠੀ ਬੋਲੀ ਬੋਲਦੇ ਆ ਵਿਦਵਾਨਾਂ ਵਾਲੀ, ਵੀ ਅਸੀਂ ਬੜੇ ਮਿੱਠੇ ਹਾਂ। ਪਰ ਉਹ ਅੰਦਰ ਵੜ ਕੇ ਇਸੇ ਤਰ੍ਹਾਂ ਓਲੇ ਹੋ ਕੇ ਜਗ ਕਊਆ ਮੁਖ ਚੁੰਚ ਗਿਆਨ, ਵੀ ਕਾਂ ਦੀ ਬੋਲੀ ਜੀ ਬੋਲਦੇ ਆ, ਮਿੱਠੇ ਜਿਹੇ ਹੋ ਕੇ ਬੋਲੀ ਜਾਂਦੇ ਹੈ।
ਪਰ ਉਹਨਾਂ ਦਾ ਕਾਂ ਕਰਨਾ ਕਿਸੇ ਕੰਮ ਨਹੀਂ ਹੈ। ਅਖੀਰ ਨੂੰ ਉਹ ਵਿਸ਼ਿਆਂ ਰੂਪੀ ਜਿਹੜੇ ਕਿਰਮ ਉਹੀਓ ਖਾਂਦੇ ਹੈ। ਆ ਜਿਹੜੇ ਮਨ ਸੁਵੰਨੇ ਪਦਾਰਥਾਂ ਰੂਪੀ ਜਿਹੜੇ ਕਿਰਮ ਉਹੀਓ ਚੱਖਦੇ ਹੈ। ਕਾਮ ਕ੍ਰੋਧ ਪੁਨ ਲੋਭ ਅਧੀਨਾ। ਕਾਮ ਦੇ ਉਹ ਅਧੀਨ ਹੈ, ਕ੍ਰੋਧ ਤੇ ਲੋਭ ਮਾਇਆ ਦੇ ਲੋਭ ਦੇ ਲਾਲਚ ਦੇ ਅਧੀਨ ਹਨ। ਅਹੰਕਾਰ ਅਤਿਸ ਮਨ ਭੀਨਾ। ਬਾਕੀ ਹੰਕਾਰ ਦੇ ਵਿੱਚ ਵੀ ਉਹਨਾਂ ਦਾ ਮਨ ਹੈ ਭਿੱਜਾ ਲੀਨ ਹੋਇਆ ਵੀ ਮੇਰੇ ਵਰਗਾ ਕੋਈ ਨਹੀਂ ਹੈ ਐਸਾ। ਪਾਏ ਨਰਕ ਮੈਂ ਕਸ਼ਟ ਵਿਸਾਲਾ। ਜਿਸ ਕਰਕੇ ਉਹ ਨਰਕ ਦੇ ਵਿੱਚ ਪੈ ਕੇ ਬਹੁਤ ਮਹਾਨ ਕਸ਼ਟ ਬਹੁਤੇ ਦੁੱਖ ਪਾਉਣਗੇ। ਤਬ ਪਛਤਾਹੇ ਫਸੇ ਜਮ ਜਾਲਾ। ਜਦੋਂ ਜਮ ਦੇ ਜਾਲ ਵਿੱਚ ਫਸ ਜਾਣਗੇ ਫਿਰ ਪਛਤਾਵਾ ਕਰਨਗੇ ਤੇ ਉਦੋਂ ਪਛਤਾਇਆ ਕੋਈ ਕੰਮ ਨਹੀਂ ਆਏਗਾ। ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛਤਾਈਏ। ਉਹ ਪਖੰਡੀ ਲੋਕ ਫਿਰ ਬੜਾ ਪਛਤਾਵਾ ਕਰਦੇ ਵੀ ਕਾਹਨੂੰ ਹੀ ਨਾ ਪਖੰਡ ਕੀਤਾ, ਕਿਸੇ ਕੰਮ ਨਾ ਆਇਆ। ਦੋਹਰਾ ਮਿਲ ਹੈ ਵਡਾਈ ਨਾਮ ਤੇ। ਇਹ ਵੀ ਪੰਡਤੋ ਜਿਹੜੇ ਪਰਮੇਸ਼ਰ ਦਾ ਨਾਮ ਹੈ ਉਹਨੂੰ ਸਿਮਰਨ ਨਾਲ ਕਰਨ ਨਾਲ ਹੀ ਵਡਿਆਈਆਂ ਮਿਲਦੀਆਂ ਹੈ। ਇਸ ਉਪਰ ਨਹਿ ਔਰ। ਇਸ ਨਾਮ ਤੋਂ ਉੱਪਰ ਹੋਰ ਕੋਈ ਸਾਧਨ ਨਹੀਂ, ਕੋਈ ਕਰਮ ਨਹੀਂ ਹੈ। ਮਿਲ ਹੈ ਉਲਾਮੇ ਤਾਹੇ ਕੋ। ਉਸ ਜੀਵ ਪੁਰਸ਼ ਨੂੰ ਬਹੁਤ ਸੈਂਕੜੇ ਹਜ਼ਾਰਾਂ ਹੀ ਲਾਮੇ ਮਿਲਦੇ ਹੈ। ਗੁਰ ਤਜ ਜਾਚੈ ਹੋਰ। ਜਿਹੜਾ ਆਪਣੇ ਗੁਰੂ ਨੂੰ ਛੱਡ ਕੇ ਤੇ ਹੋਰਨਾਂ ਪਾਸੋਂ ਮੰਗਦਾ ਫਿਰਦਾ ਹੈ, ਲੇਲੜੀਆਂ ਕੱਢਦਾ ਫਿਰਦਾ ਲਕੀਰਾਂ ਕੱਢਦਾ ਫਿਰਦਾ, ਜਿਹੜਾ ਆਪਣੇ ਗੁਰੂ ਦੇ ਉਪਦੇਸ਼ ਨੂੰ ਛੱਡ ਕੇ ਤੇ ਹੋਰਾਂ ਪਾਸੋਂ ਉਪਦੇਸ਼ ਮੰਗਦਾ ਫਿਰਦਾ ਹੈ। ਚੌਪਈ ਜਬ ਸਤਿਗੁਰ ਆਸ ਬਚਨ ਉਚਾਰੇ। ਜਦੋਂ ਸਤਿਗੁਰ ਜੀ ਨੇ ਉਹ ਸ਼ਬਦ ਦੇ ਕਥਾ ਰੂਪ ਕਰਕੇ ਬਚਨ ਉਚਾਰੇ ਹੈ। ਦੰਬੀ ਲੱਜਤ ਸਦਾ ਮਜਾਰੇ। ਸਭਾ ਵਿੱਚ ਜਿੰਨੇ ਪਖੰਡੀ ਸਨ ਬੈਠੇ ਹੋਏ ਬੜੇ ਸ਼ਰਮਸ਼ਾਰ ਹੋਏ, ਨੀਵੀਆਂ ਜੀਆਂ ਪਾ ਗਏ। ਪੰਡਿਤ ਪ੍ਰਸ਼ਨ ਕਰ ਕਹਿਬਾਨੀ। ਉਹਨਾਂ ਵਿੱਚ ਕੁਝ ਪੰਡਿਤ ਸਿਆਣੇ ਸਨ ਤੇ ਉਹ ਆਪਣੇ ਵੱਲੋਂ ਕਹਿ ਕਰਕੇ ਪ੍ਰਸ਼ਨ ਕਰਦੇ ਸਤਿਗੁਰੂ ਜੀ ਨੂੰ। ਕਿਹ ਉਪਾਸਨਾ ਤੁਮ ਮਨ ਠਾਨੀ। ਕਹਿਣ ਲੱਗੇ ਸੰਤ ਜੀ ਮਹਾਤਮਾ ਜੀ ਆਪ ਜੀ ਨੇ ਕਿਸ ਦੀ ਜਿਹੜੀ ਉਪਾਸਨਾ ਪੂਜਾ ਮਨ ਵਿੱਚ ਧਾਰਨ ਕੀਤੀ ਹੋਈ, ਕਿਹਦੀ ਪੂਜਾ ਕਰਦੇ ਹੋ? ਨਿਰਗੁਣ ਕਾ ਸਰਗੁਣ ਕੀ ਸੇਵਾ। ਜੋ ਬ੍ਰਹਮ ਦਾ ਨਿਰਗੁਣ ਸਰੂਪ ਹੈ, ਚੱਕਰ ਚਿਹਨਾ 12, ਉਸ ਦੀ ਸੇਵਾ ਪੂਜਾ ਕਰਦੇ ਹੋ ਜਾਂ ਕਿ ਜੋ ਗੁਣਾ ਦੇ ਸਹਿਤ ਸਰਗੁਣ ਸਰੂਪ ਉਸ ਦੀ ਸੇਵਾ ਉਪਾਸਨਾ ਕਰਦੇ ਹੋ ਜੀ। ਕਿਹ ਕੀ ਕਰਹੁ ਕਹੋ ਨਿਜ ਭੇਵਾ। ਆਪਣੇ ਹਿਰਦੇ ਦਾ ਅੰਦਰਲਾ ਭੇਦ ਸਾਰਾ ਦੱਸੋ ਜੀ ਵੀ ਕਿਸ ਦੀ ਪੂਜਾ ਕਰਦੇ ਹੋ, ਨਿਰਗੁਣ ਸਰੂਪ ਦੀ ਕਿ ਸਰਗੁਣ ਸਰੂਪ ਦੀ? ਸੁਨ ਸ੍ਰੀ ਨਾਨਕ ਬੈਨ ਉਚਾਰੇ। ਸੁਣ ਕਰਕੇ ਸਤਿਗੁਰੂ ਜੀ ਨੇ ਬਚਨ ਕਹੇ। ਪ੍ਰਿਥਕ ਪ੍ਰਿਥਕ ਦ્વੈ ਨਹੀਂ ਵਿਚਾਰੇ। ਮਹਾਰਾਜ ਕਹਿਣ ਲੱਗੇ ਵੀ ਵਿਦਵਾਨੋ ਪੰਡਤੋ ਆਸਾਨੇ ਤੇ ਜਿਹੜਾ ਵੀ ਨਿਰਗੁਣ ਸਰੂਪ ਵੱਖਰਾ ਹੈ, ਸਰਗੁਣ ਸਰੂਪ ਵੱਖਰਾ ਹੈ, ਇਹ ਦੋਵੇਂ ਵੱਖਰੇ ਵੱਖਰੇ ਕਰਕੇ ਨਹੀਂ ਵਿਚਾਰੇ। ਭੇਦ ਹੋਏ ਤਾਂ ਪ੍ਰਿਥਕ ਸੇਵਾ। ਜੇ ਭੇਦ ਫਰਕ ਹੋਵੇ ਨਿਰਗੁਣ ਤੇ ਸਰਗੁਣ ਵਿੱਚ ਫੇਰ ਤੇ ਵੱਖੋ ਵੱਖਰੀ ਸੇਵਾ ਹੋ ਸਕਦੀ ਹੈ, ਪਰ ਉਹ ਵੱਖਰੇ ਵੱਖਰੇ ਹੈ ਨਹੀਂ ਹੈ। ਉਹ ਤੇ ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਨਿਰਗੁਣ ਸਰਗੁਣ ਲਖੋ ਭੇਵਾ। ਇਸ ਕਰਕੇ ਬ੍ਰਹਮ ਦਾ ਨਿਰਗੁਣ ਤੇ ਸਰਗੁਣ ਸਰੂਪ ਹੈ, ਉਹਨੂੰ ਭੇਦ ਤੋਂ ਰਹਿਤ ਜਾਣ ਲਓ, ਉਹਦੇ ਵਿੱਚ ਕੋਈ ਭੇਦ ਨਹੀਂ ਹੈ, ਇੱਕ ਹੀ ਹੈ। ਜੋ ਦੋਨੋਂ ਮੈਂ ਭੇਦ ਪਛਾਨੇ। ਜੋ ਨਿਰਗੁਣ ਤੇ ਸਰਗੁਣ ਸਰੂਪ ਵਿੱਚ ਭੇਦ ਪਛਾਣਦੇ ਹੈ, ਸੋ ਮਾਨਵ ਜਾਨਹ ਅਨਜਾਨੇ। ਉਹ ਮਨੁੱਖ ਭਾਵੇਂ ਕਿੰਨੇ ਵੀ ਪੜ੍ਹ ਸ਼ਾਸਤਰ ਵਿਦਵਾਨ ਬਣੇ ਆ, ਉਹਨਾਂ ਨੂੰ ਅਣਜਾਣ ਬੇਸਮਝੀ ਜਾਣ ਲਓ, ਕੱਖ ਨਹੀਂ ਪੜ੍ਹੇ ਹੈ, ਐਵੇਂ ਪੜ੍ਹਿਆ ਉਹਨਾਂ ਦਾ ਕਿਸੇ ਕੰਮ ਨਹੀਂ ਹੈ। ਦੋਹਰਾ ਨਿਰਗੁਣ ਹੋਇ ਸਭ ਦੇਹ ਮੈਂ। ਜੋ ਨਿਰਗੁਣ ਬ੍ਰਹਮ ਹੈ ਉਹ ਸਾਰੇ ਸਰੀਰਾਂ ਵਿੱਚ ਹੀ ਚੇਤਨ ਸੱਤਾ ਹੋ ਕੇ ਵਰਤ ਰਿਹਾ ਹੈ। ਜਿਵੇਂ ਮਣਕੇ ਹੁੰਦੇ ਆ ਮਾਲਾ ਦੇ, ਉਹਦੇ ਵਿੱਚ ਇੱਕੋ ਸੂਤ ਹੁੰਦਾ ਹੈ, ਇਸੇ ਤਰ੍ਹਾਂ ਨਿਰਗੁਣ ਸਰੂਪ ਚੇਤਨ ਸੱਤਾ ਰੂਪ ਹੋ ਕੇ, ਸੂਤ ਸਰੂਪ ਹੋ ਕੇ
ਤੇ ਸਾਰੇ ਜੀਵਾਂ ਦੇ ਵਿੱਚ ਦੀ ਵਰਤ ਰਿਹਾ ਹੈ। ਦ੍ਰਿਸ਼ਟਾਵਤ ਹੈ ਸੋਏ ਨਿਰਗੁਣ ਸਰੂਪ ਹੀ ਸਾਰੀਆਂ ਦੇਹਾਂ ਵਿੱਚ ਚੇਤਨ ਸੱਤਾ ਰੂਪ ਹੋ ਕੇ ਦ੍ਰਿਸ਼ਟਾ ਦਿਸਣ ਵਿੱਚ ਆ ਰਿਹਾ ਹੈ। ਬ੍ਰਿਜ ਮੈਂ ਕਰੈ ਕਲੋਲ ਪੁਨਾ ਬ੍ਰਿਜ ਭੂਮੀ ਜੋ ਮਥੁਰਾ ਸਥਾਨ ਹੈ, ਇਹਦੇ ਵਿੱਚ ਜੋ ਕਲੋਲਾਂ ਕਰਦਾ ਹੈ, ਕਰੀੜਾ ਕਰਦਾ ਹੈ, ਤਨ ਧਰ ਸਰਗੁਣ ਸੋਏ ਉਹੀ ਉਹ ਨਿਰਗੁਣ ਸਰੂਪ ਪਰਮੇਸ਼ਰ ਦਾ ਸਰਗੁਣ ਸਰੂਪ ਹੈ। ਸਰੀਰ ਧਾਰ ਕੇ ਜੋ ਬ੍ਰਿਜ ਸਥਾਨ ਤੇ ਇੱਥੇ ਕਲੋਲਾਂ ਕਰਦਾ ਸੀ। ਚੌਪਈ ਸ੍ਰੀ ਕ੍ਰਿਸ਼ਨ ਭੇਹਇਆ ਅਵਤਾਰਾ ਕਹਿਣ ਲੱਗੇ ਸਤਿਗੁਰੂ ਜੀ ਵੀ ਪੰਡਤੋ ਵੇਖੋ, ਇੱਥੇ ਬ੍ਰਿਜ ਭੂਮੀ ਵਾਲੇ ਸਥਾਨ ਤੇ ਕ੍ਰਿਸ਼ਨ ਜੀ ਦਾ ਅਵਤਾਰ ਹੋਇਆ ਹੈ। ਜਿਨ ਅਵਨੀ ਕੋ ਭਾਰ ਨਿਵਾਰਾ ਜਿਸ ਕ੍ਰਿਸ਼ਨ ਜੀ ਨੇ ਆ ਧਰਤੀ ਦਾ ਜਿਹੜਾ ਭਾਰ ਦੈਂਤ ਪਾਪੀਆਂ ਦਾ ਭਾਰ ਸੀ ਤੇ ਉਹ ਦੂਰ ਕੀਤਾ। ਅਗਾਸਰ ਦੈਂਤ ਮਾਰ ਕੇ, ਮੁਰ ਦੈਂਤ ਮਾਰ ਕੇ, ਮਧੂਸੂਦਨ ਇਸੇ ਤਰ੍ਹਾਂ ਕੰਸ ਕੇਸੀ ਵਰਗਿਆਂ ਨੂੰ ਮਾਰ ਕੇ ਭਾਰ ਨਿਵਰਤ ਕੀਤਾ ਧਰਤੀ ਦਾ। ਤਿਹ ਕੇ ਚਰਤ ਹਿਰਦੈ ਤੁਮ ਧਾਰੋ ਉਸ ਕ੍ਰਿਸ਼ਨ ਜੀ ਦੇ ਜਿਹੜੇ ਚਰਤ ਕੌਤਕ ਹੈ, ਚੋਜ ਹੈ, ਜਿਹੜੇ ਦੈਂਤਾਂ ਨੂੰ ਮਾਰਿਆ ਹੋਇਆ, ਜਿਸ ਤਰ੍ਹਾਂ ਉਹ ਚੋਜ ਹਿਰਦੇ ਵਿੱਚ ਤੁਸੀਂ ਧਾਰੋ। ਸ਼ੁੱਧ ਆਤਮੈ ਕਪਟ ਵਿਸਾਰੋ ਮਨ ਨੂੰ ਜਿਹੜਾ ਸ਼ੁੱਧ ਕਰੋ ਤੇ ਜਿਹੜਾ ਕਪਟ ਹੈ, ਇਸੇ ਤਰ੍ਹਾਂ ਕੋਈ ਛਲ ਫਰੇਬ ਉਹਨੂੰ ਭੁਲਾਓ। ਭਵ ਬੰਧਨ ਮੈਂ ਦ੍ਰਿੜ ਜੇ ਬਾਂਧੇ ਸੰਸਾਰ ਦੇ ਮੋਹ ਮਮਤਾ ਦੇ ਬੰਧਨਾਂ ਵਿੱਚ ਜਿਹੜਿਆ ਚੰਗੀ ਤਰ੍ਹਾਂ ਪੱਕੇ ਬੰਨੇ ਹੋਏ ਐ, ਛੁਟ ਹੈ ਤਿਨ ਹੈ ਤੇ ਹਰ ਆਰਾਧੇ ਉਹ ਤਾਂ ਹੀ ਛੁੱਟ ਸਕਦੇ ਐ ਜੇ ਉਹ ਮਨ ਆਪਣੇ ਨੂੰ ਸ਼ੁੱਧ ਕਰਨ ਤੇ ਛਲ ਕਪਟ ਨੂੰ ਭੁਲਾ ਕੇ ਹਰ ਅਰਾਧੇ ਪਰਮੇਸ਼ਰ ਨੂੰ ਅਰਾਧਨ। ਕਲ ਮਲ ਕਰੋ ਅੰਤ ਦੁਖਦਾਈ ਜੇ ਵੀ ਤੁਸੀਂ ਪਾਪ ਕਰੋਗੇ ਤੇ ਅੰਤ ਨੂੰ ਇਹ ਦੁਖਦਾਈ ਹੋਣਗੇ। ਜਪੋ ਨਾਮ ਸਭ ਹੋਏ ਸਹਾਈ ਜੇ ਤੁਸੀਂ ਹੁਣ ਨਾਮ ਜਪੋਗੇ ਤੇ ਇਹ ਸਾਰਿਆਂ ਨੂੰ ਸੁਖਦਾਈ ਹੋਏਗਾ ਪਰਮੇਸ਼ਰ ਦਾ ਨਾਮ। ਕਲ ਮਹਿ ਹਰ ਕੀਰਤ ਪ੍ਰਧਾਨਾ ਕਲਯੁਗ ਦੇ ਸਮੇਂ ਵਿੱਚ ਵਾਹਿਗੁਰੂ ਦੀ ਜਿਹੜੀ ਕੀਰਤਨ ਭਗਤੀ ਹੈ ਉਹ ਪ੍ਰਧਾਨ ਹੈ। ਵਾਹਿਗੁਰੂ ਦਾ ਕੀਰਤਨ ਕਰਨਾ ਪ੍ਰਧਾਨ ਹੈ। ਵਾਹਿਗੁਰੂ ਦੀ ਜਿਹੜੀ ਕੀਰਤ ਕਹੀਏ ਸਿਫਤ ਸਲਾਹ ਕਰਨੀ ਪ੍ਰਧਾਨ ਹੈ। ਅਪਰ ਨਾ ਜਾਨਹਾ ਇਸੇ ਸਮਾਨਾ ਵਾਹਿਗੁਰੂ ਦੀ ਸਿਫਤ ਸਲਾਹ ਕੀਰਤਨ ਭਗਤੀ ਤੋਂ ਬਿਨਾ ਹੋਰ ਕੋਈ ਸਮਾਨ ਨਾ ਜਾਣੋ ਵੀ ਹੋਰ ਕੋਈ ਵੀ ਢੰਗ ਤਰੀਕਾ ਹੈ। ਭਗਤ ਕਰਹੁ ਸਭ ਹੀ ਸੁਖ ਪਾਵਹੁ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰੋ, ਨਾਮ ਜਪੋ ਤੇ ਸਾਰੇ ਸੁਖ ਪਾਓਗੇ। ਕਸ਼ਟ ਹੋਏ ਜੇ ਦੰਭ ਕਮਾਵਹੁ ਜੇ ਤੁਸੀਂ ਪਖੰਡੀ ਹੋ ਕੇ ਪਖੰਡ ਕਮਾਓਗੇ ਤੇ ਫਿਰ ਤੁਹਾਨੂੰ ਕਸ਼ਟ ਹੋਏਗਾ, ਦੁੱਖ ਹੋਏਗਾ। ਦੋਹਰਾ ਦਇਆ ਸਦਨ ਕੇ ਬਦਨ ਤੇ ਸਤਿਗੁਰੂ ਨਾਨਕ ਸਾਹਿਬ ਜੀ ਜੋ ਦਇਆ ਦੇ ਘਰ ਹੈ, ਐਸੇ ਮੁਖ ਤੋਂ ਬਚਨ ਸੁਣ ਕੇ ਬਚਨ ਸੁਨੇ ਗਤ ਦਾਨਾ ਦਇਆ ਦੇ ਘਰ ਸਤਿਗੁਰੂ ਜੀ ਉਹਨਾਂ ਦੇ ਮੁਖ ਤੋਂ ਜਿਹੜੇ ਮੁਕਤੀ ਦੇਣ ਵਾਲੇ ਬਚਨ ਸੁਣੇ ਨਾ ਪੰਡਤਾਂ ਨੇ। ਹਿਰਦੈ ਸ਼ੁੱਧ ਬੰਧਨ ਕਰਤ ਉਸੇ ਵੇਲੇ ਆਪਣੇ ਹਿਰਦੇ ਨੂੰ ਸ਼ੁੱਧ ਕਰਕੇ ਐ ਚੰਗੀ ਤਰ੍ਹਾਂ ਮਨ ਵਿੱਚੋਂ ਮੈਲ ਦੂਰ ਕਰਕੇ ਤੇ ਮੱਥਾ ਟੇਕਣ ਲੱਗੇ। ਸਿੱਖ ਭਏ ਮਨ ਚਾਨਾ ਗੁਰੂ ਸਾਹਿਬ ਜੀ ਦੀ ਸਿੱਖਿਆ ਲੈ ਕੇ ਤੇ ਸਾਰੇ ਸਿੱਖ ਹੋ ਗਏ, ਮਨ ਨੂੰ ਚੈਨ ਆ ਗਿਆ ਹੈ। ਚੌਪਈ ਜਿਤੇ ਹਤੇ ਜਾਤਰੀ ਤਿਹ ਥਾਈ ਜਿਤੇ ਹੋਤੇ ਇਸ ਬ੍ਰਿਜ ਭੂਮੀ ਵਾਲੇ ਸਥਾਨ ਤੇ ਜਿੱਥੇ ਸਤਿਗੁਰੂ ਜੀ ਉਪਦੇਸ਼ ਕਰ ਰਹੇ ਸਨ, ਜਿੰਨੇ ਵੀ ਯਾਤਰੀ ਹੈ ਸੀ ਸੁਨ ਸਤਿਗੁਰ ਢਿਗ ਆਵਤ ਤਾਈ ਸੁਣ ਕਰਕੇ ਸਤਿਗੁਰੂ ਜੀ ਪਾਸ ਵੀ ਉਪਦੇਸ਼ ਮਹਾਨ ਕਰ ਰਹੇ ਹੈ। ਦੌੜ ਦੌੜ ਕੇ ਬਹੁਤੇ ਆਉਣ ਲੱਗੇ ਕੋਲ। ਬੰਧਨ ਕਰ ਹੈ ਉਪਾਇਨ ਧਰਕਾ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਭੇਟਾ ਰੱਖ ਰੱਖ ਕੇ ਮੱਥਾ ਟੇਕਣਾ ਕਰ ਰਹੇ ਸਨ ਸਾਰੇ। ਬਿਨੈ ਪਨ ਮਹਾਪੁਰਖ ਵਿਚਰਕਾ ਇਹ ਜੋ ਗੁਰੂ ਨਾਨਕ ਸਾਹਿਬ ਜੀ ਮਹਾਨ ਪਰਮੇਸ਼ਰ ਅਕਾਲ ਪੁਰਖੀ ਹੈ, ਇਸ ਤਰ੍ਹਾਂ ਵਿਚਾਰ ਕੇ ਬਹੁਤ ਬੇਨਤੀਆਂ ਕਹਿੰਦੇ ਹੈ। ਸ੍ਰੀ ਗੁਰ ਸਭ ਹਿਨਾ ਦੇ ਉਪਦੇਸਾ ਕਹਿਣ ਲੱਗੇ ਐ ਸ੍ਰੀ ਗੁਰੂ
ਇਸ ਤਰ੍ਹਾਂ ਗੁਰੂ ਮਹਾਰਾਜ ਸਾਰਿਆਂ ਨੂੰ ਉਪਦੇਸ਼ ਦਿੰਦੇ ਐ। ਸਤਨਾਮ ਸਿਮਰਹੁ ਜਗਤੇ ਸਾਰ। ਇਹ ਹੈ ਸਾਰੇ ਮਿਲ ਜੁਲ ਕੇ ਜਿਹੜਾ ਜਗਤ ਦਾ ਮਾਲਕ ਪਰਮੇਸ਼ਰ ਹੈ ਉਸ ਦਾ ਤੁਸੀਂ ਸਤਨਾਮ ਵਾਹਿਗੁਰੂ ਸਿਮਰਨ ਕਰੋ। ਸਤਨਾਮ ਵਾਹਿਗੁਰੂ ਨੂੰ ਸਿਮਰੋ, ਯਾਦ ਕਰੋ ਹਰ ਵਕਤ। ਭਾਉ ਭਗਤ ਕਰਿਏ ਛਲ ਖੋਏ। ਪ੍ਰੇਮਾ ਭਗਤੀ ਹਮੇਸ਼ਾ ਕਰੀਏ ਪਰਮੇਸ਼ਰ ਦੀ, ਛਲ ਕਪਟ ਦੀ ਬਿਰਤੀ ਖੋ ਕੇ ਨਾਸ ਕਰਕੇ। ਆਸ ਜੇ ਕਰਹੁ ਤੁਮਰੀ ਗਤ ਹੋਏ। ਜੇ ਵੀ ਤੁਸੀਂ ਇਸ ਤਰ੍ਹਾਂ ਕਰੋਗੇ, ਸਾਡਾ ਬਚਨ ਮੰਨ ਕੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਛਲ ਫਰੇਬ ਨੂੰ ਭੁਲਾ ਦਿਓਗੇ, ਛੱਡ ਦਿਓਗੇ, ਤੇ ਅੰਤ ਨੂੰ ਤੁਸੀਂ ਮੁਕਤ ਹੋ ਜਾਓਗੇ, ਕੇਵਲ ਮੁਕਤੀ ਪਾਓਗੇ। ਦਿਵਸ ਤੀਨ ਤਹ ਰਾਖਿਓ ਡੇਰਾ। ਇਸ ਤਰ੍ਹਾਂ ਸਤਿਗੁਰੂ ਜੀ ਨੇ ਇਹ ਮਥੁਰਾ ਵਿੱਚ 3 ਦਿਨ ਤੱਕ ਡੇਰਾ ਟਿਕਾਣਾ ਰੱਖਿਆ ਆਪਣਾ। ਕਰ ਕੈ ਮਰਦਨ ਧੰਬ ਕਨੇਰਾ। ਜੋ ਬਹੁਤਾ ਪਖੰਡ ਇੱਥੇ ਫੈਲਿਆ ਹੋਇਆ ਸੀ, ਕੋਈ ਰਾਧਾ ਬਣਦਾ ਸੀ, ਕੋਈ ਕ੍ਰਿਸ਼ਨ ਬਣਦਾ ਸੀ, ਕੋਈ ਗਵਾਲੇ, ਕੋਈ ਗੋਪੀਆਂ ਬਣਦਾ ਸੀ। ਇਹ ਜਿਹੜਾ ਬੜਾ ਤਗੜਾ ਪਖੰਡ ਧਾਰਨ ਕੀਤਾ ਹੋਇਆ ਸੀ ਇੱਥੋਂ ਦੇ ਲੋਕਾਂ ਨੇ, ਜਵਾਨਾਂ ਲੜਕਿਆਂ ਨੇ ਤੇ ਜਵਾਨ ਲੜਕੀਆਂ ਨੇ, ਉਹ ਪਖੰਡ ਨੂੰ ਮਹਾਰਾਜ ਨਾਸ ਕਰਕੇ। ਆਗਾ ਗਮਨ ਕੀਨ ਗੁਣ ਖਾਨੇ। ਗੁਣਾਂ ਦੀ ਖਾਨ ਸਤਿਗੁਰੂ ਜੀ ਨੇ ਅੱਗੇ ਚੱਲਣਾ ਕੀਤਾ। ਜਾਹੇ ਅਨੇਕ ਉਧਾਰੇ ਪਰਾਨੇ। ਭਾਈ ਬਾਲਾ ਜੀ ਕਹਿੰਦੇ ਆ ਵੀ ਗੁਰੂ ਅੰਗਦ ਦੇਵ ਸਾਹਿਬ ਜੀ, ਜਿਨ੍ਹਾਂ ਸਤਿਗੁਰਾਂ ਨੇ ਅਨੇਕਾਂ ਹੀ ਪ੍ਰਾਣੀਆਂ ਦਾ ਉਧਾਰ ਕੀਤਾ ਹੈ, ਇਸ ਤਰ੍ਹਾਂ ਕਿਰਪਾ ਕਰਕੇ ਸਭ ਨੂੰ ਨਿਹਾਲ ਕਰਕੇ ਸਤਿਨਾਮ ਵਾਹਿਗੁਰੂ ਦਾ ਉਪਦੇਸ਼ ਕਰਕੇ ਮਥੁਰਾ ਵਾਲੇ ਸਥਾਨ ਤੋਂ ਸਤਿਗੁਰੂ ਜੀ ਅੱਗੇ ਚੱਲੇ ਐ। ਦੋਹਰਾ ਕਰਤਿਆਂ ਭਜਨ ਬਿਲਾਸ ਕੋ। ਫਿਰ ਬਚਨ ਬਿਲਾਸ ਕਰਦਿਆਂ ਦੁਖ ਨਾਸਕ ਸੁਖ ਦਾਏ। ਜੋ ਗੁਰੂ ਸਾਹਿਬ ਜੀ ਦੁੱਖਾਂ ਨੂੰ ਨਾਸ ਕਰਨ ਵਾਲੇ ਤੇ ਆਪਣੇ ਸਿੱਖਾਂ ਨੂੰ ਸੁਖ ਦੇਣ ਵਾਲੇ ਐ। ਨਗਰ ਅਯੁੱਧਿਆ ਜਹ ਤੋ। ਜਿੱਥੇ ਅਯੁੱਧਿਆ ਨਗਰ ਸ਼ਹਿਰ ਹੈ ਸੀ, ਛਿਨ ਮਹਿ ਪਹੁੰਚੇ ਆਏ। ਬਚਨ ਬਿਲਾਸ ਕਰਦਿਆਂ ਹੀ ਛਿਨ ਵਿੱਚ ਹੀ ਅੱਖ ਦੇ ਝਮੱਕੇ ਮਾਤਰ ਹੀ ਸਤਿਗੁਰੂ ਜੀ ਆ ਪਹੁੰਚੇ ਅਯੁੱਧਿਆ ਨਗਰ। ਚੌਪਈ ਸਿਰਤਾ ਪਰ ਬੈਠੇ ਗੁਰ ਪੂਰਨਾ। ਪੂਰਨ ਗੁਰੂ ਨਾਨਕ ਸਾਹਿਬ ਜੀ ਜੋ ਅਯੁੱਧਿਆ ਨਗਰੀ ਵਿੱਚ ਸਰਜੂ ਨਦੀ ਹੈ, ਇਸ ਦੇ ਕਿਨਾਰੇ ਉੱਪਰ ਆ ਬੈਠੇ। ਜਗ ਮਹਿ ਦੰਭ ਕੀਨ ਜਨ ਚੂਰਨਾ। ਜਿਨ੍ਹਾਂ ਸਤਿਗੁਰਾਂ ਨੇ ਸੰਸਾਰ ਦੇ ਵਿੱਚ ਪਖੰਡ ਨੂੰ ਤੇ ਚੂਰਾ ਚੂਰਾ ਹੀ ਕਰ ਦਿੱਤਾ ਹੈ। ਸੁਨ ਸ੍ਰੀ ਨਾਨਕ ਨਾਮ ਕਿਰਪਾਲਾ। ਇੱਧਰ ਅਯੁੱਧਿਆ ਨਗਰੀ ਦੇ ਵੀ ਸਤਿਗੁਰੂ ਨਾਨਕ ਸਾਹਿਬ ਜੀ ਆਏ ਹੈ। ਇਸ ਤਰ੍ਹਾਂ ਸੁਣ ਸੁਣ ਕਰਕੇ ਪਰਤੇ ਨਰ ਆਏ ਤਤਕਾਲਾ। ਅਯੁੱਧਿਆ ਪੁਰੀ ਦੇ ਜਿਹੜੇ ਪੁਰਸ਼ ਹੈ ਬਹੁਤ ਇਕੱਠੇ ਹੋ ਕੇ ਬੜੀ ਛੇਤੀ ਆਏ ਹੈ। ਉਤੇ ਜਹਾਂ ਬੇਦੀ ਕੁਲ ਦੀਪਾ। ਜਿੱਥੇ ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਰੂਪ ਗੁਰੂ ਨਾਨਕ ਸਾਹਿਬ ਜੀ ਵਿਰਾਜਮਾਨ ਹੈ ਸੀ। ਬੈਠੇ ਪੰਡਿਤ ਆਨ ਸਮੀਪਾ। ਇਹ ਅਯੁੱਧਿਆ ਨਗਰੀ ਦੇ ਜਿਹੜੇ ਪੰਡਿਤ ਬੜੇ ਪੜ੍ਹੇ ਲਿਖੇ ਸਿਆਣੇ ਸਨ, ਉਹ ਬਹੁਤ ਹੀ ਆਣ ਕੇ ਸਤਿਗੁਰੂ ਜੀ ਕੋਲ ਆ ਬੈਠੇ। ਬੰਧਨ ਕਰਹਿ ਭਾਉ ਔਰ ਤਰਕ। ਹਿਰਦੇ ਵਿੱਚ ਬਹੁਤਾ ਪ੍ਰੇਮ ਪਿਆਰ ਧਾਰ ਕੇ ਨਮਸਕਾਰਾਂ ਮੱਥਾ ਟੇਕਣਾ ਕਰਦੇ ਐ। ਹਰਖਹਿ ਸੁੰਦਰ ਰੂਪ ਨਿਹਰਕ। ਸਤਿਗੁਰੂ ਜੀ ਦਾ ਸੋਹਣਾ ਸਰੂਪ ਦੇਖ ਕੇ ਬੜਾ ਖੁਸ਼ ਹੁੰਦੇ ਆ ਵੀ ਸੋਹਣੇ ਨਕ ਜਿਨ ਲੰਬੜੇ ਵਾਲਾ, ਕੰਚਨ ਕਾਇਆ ਸੋਇਨੇ ਕੀ ਢਾਲਾ। ਭਈ ਸਮੀਪ ਭੂਰ ਜਬ ਪੀਰਾ। ਇਸ ਤਰ੍ਹਾਂ ਅਯੁੱਧਿਆ ਨਗਰੀ ਦੇ ਬਹੁਤੇ ਲੋਕਾਂ ਦੀ ਤੇ ਪੰਡਤਾਂ ਦੀ ਬੜੀ ਭੀੜ ਹੋ ਗਈ ਹੈ ਸਤਿਗੁਰੂ ਜੀ ਪਾਸ। ਬੋਲੇ ਸਭ ਸੋ ਗੁਣੀ ਗਹੀਰਾ। ਗੁਣਾਂ ਦੇ ਸਮੁੰਦਰ ਸਤਿਗੁਰੂ ਜੀ ਆਇਆ ਸਭ ਨੂੰ ਦੇਖ ਕੇ ਇਸ ਤਰ੍ਹਾਂ ਬੋਲੇ ਐ। ਰਾਮ ਗਏ ਲੈ ਕਰ ਸੰਗ ਨਗਰੀ। ਕਹਿਣ ਲੱਗੇ ਵੀ ਦੱਸੋ ਵੀ ਅਸਾਂ ਨੇ ਤਾਂ ਪੁਰਾਣਾ ਵਿੱਚ ਇਵੇਂ ਉਹ ਸੁਣਿਆ ਹੈ, ਪੜ੍ਹਿਆ ਸੁਣਿਆ ਹੈ ਵੀ ਰਾਮ ਚੰਦਰ ਜੀ ਤੇ ਸਾਰੀ ਅਯੁੱਧਿਆ ਨਗਰੀ ਆਪਣੇ ਨਾਲ ਹੀ
ਬੈਕੁੰਠ ਵਿੱਚ ਲੈ ਗਏ ਸੀ। ਨੀਚ ਊਚ ਨਰ ਨਾਰੀ ਸਗਰੀ, ਜੋ ਵੀ ਉੱਚੀ ਜਾਤੀ ਦਾ ਜਾਂ ਨੀਚ ਜਾਤੀ ਦਾ ਸਭ ਮਾਈ ਭਾਈ ਅਯੁੱਧਿਆ ਨਗਰੀ ਦੇ ਸਮੇਤ ਹੀ ਰਾਮਚੰਦਰ ਜੀ ਬੈਕੁੰਠ ਵਿੱਚ ਨਾਲ ਹੀ ਲੈ ਗਏ ਸਨ। ਦੋਹਰਾ ਇਹ ਆਈ ਕਹਿਤੇ ਅਬ ਹੈ। ਸਤਿਗੁਰੂ ਜੀ ਕਹਿਣ ਲੱਗੇ ਵੀ ਦੱਸੋ ਵੀ ਆ ਜਿਹੜੀ ਹੁਣ ਅਯੁੱਧਿਆ ਨਗਰੀ ਅਸੀਂ ਵੇਖ ਰਹੇ ਹਾਂ, ਇਹ ਵੀ ਕਿੱਥੋਂ ਆਈ ਹੈ? ਦੀਸਤ ਊਚੇ ਧਾਮ, ਜਿਸ ਨਗਰੀ ਵਿੱਚ ਬੜੇ ਉੱਚੇ ਉੱਚੇ ਮਹਿਲ ਮਾੜੀਆਂ ਮੰਦਰ ਘਰ ਦਿਸ ਰਹੇ ਐ। ਸੁਨ ਪੰਡਿਤ ਸਭ ਕਹਿਤ ਪੇ, ਸੁਣ ਕੇ ਸਾਰੇ ਜਿਹੜੇ ਪੰਡਿਤ ਤੇ ਬੜੇ ਸਿਆਣੇ ਸੀ ਇਹ ਕਹਿਣ ਲੱਗੇ, ਜੀ ਲਾਏ ਸੰਗ ਰਾਮ। ਕਹਿਣ ਲੱਗੇ ਮਹਾਰਾਜ ਜੀ ਰਾਮਚੰਦਰ ਜੀ ਨੇ ਨਗਰੀ ਨਹੀਂ ਸੀ ਲੈ ਕੇ ਗਏ ਨਾਲ, ਉਹ ਤੇ ਜਿਹੜੇ ਇਸ ਨਗਰੀ ਵਿੱਚ ਰਹਿਣ ਵਾਲੇ ਜੀਵ ਸੀ ਉਹਨਾਂ ਨੂੰ ਨਾਲ ਲੈ ਕੇ ਗਏ ਸੀ। ਚੌਪਈ ਮੰਦਰ ਸਭ ਧਰਨੀ ਪਰ ਰਹੇ, ਇਹ ਜਿਹੜੇ ਮੰਦਰ ਮਕਾਨ ਮਹਿਲ ਟਾਰੀਆਂ ਉੱਚੇ ਉੱਚੇ ਘਰ ਹੈ ਇਹ ਤੇ ਗੁਰੂ ਸਾਹਿਬ ਜੀ ਸਾਰੇ ਧਰਤੀ ਉੱਪਰ ਹੀ ਰਹੇ ਸਨ। ਗਏ ਬੈਕੁੰਠ ਜੀਵ ਜੇ ਆਹੇ, ਜਿਹੜੇ ਇਹ ਮੰਦਰ ਮਕਾਨਾਂ ਘਰਾਂ ਕੋਠੀਆਂ ਵਿੱਚ ਰਹਿਣ ਵਾਲੇ ਜੀਵ ਸੀ ਉਹ ਬੈਕੁੰਠ ਧਾਮ ਗਏ ਹੈ ਰਾਮ ਜੀ ਨਾਲ। ਸ੍ਰੀ ਨਾਨਕ ਪੁਨ ਬੈਨ ਉਚਾਰੇ, ਜਿਵੇਂ ਗੁਰੂ ਸਾਹਿਬ ਜੀ ਕਹਿੰਦੇ ਆ ਕਿ ਰਾਮ ਕਥਾ ਜੁਗ ਜੁਗ ਅਟਾ ਸਭ ਕੋਈ ਭਾਖਤ ਨੇਤ, ਸੁਰਗ ਬਾਸ ਰਗਬਰ ਕਰਾ ਸਗਰੀ ਪੁਰੀ ਸਮੇਤ। ਇਹ ਸਵਰਗ ਵਿੱਚ ਸਾਰੀ ਪੁਰੀ ਦੇ ਸਮੇਤ ਹੀ ਵਾਸ ਕੀਤਾ ਸੀ ਰਾਮਚੰਦਰ ਜੀ ਨੇ। ਉਹ ਐਵੇਂ ਉਹ ਬਚਨ ਆਉਂਦੇ ਦਸਮ ਗ੍ਰੰਥ ਵਿੱਚ ਵੀ ਕਹਿੰਦੇ ਹੈ ਕਿ ਇਹ ਸੁਣ ਕੇ ਸਤਿਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ, ਗਏ ਬੈਕੁੰਠ ਸੋ ਦਰਸ ਨਿਹਾਰੇ। ਕਹਿੰਦੇ ਪੰਡਿਤੋ ਵੇਖ ਲਓ ਅਯੁੱਧਿਆ ਨਗਰੀ ਦੇ ਸਾਰੇ ਲੋਕੋ ਜਿਨ੍ਹਾਂ ਨੇ ਸ਼੍ਰੀ ਰਾਮਚੰਦਰ ਜੀ ਦੇ ਦਰਸ਼ਨ ਕੀਤੇ ਹੈ ਤੇ ਉਹ ਸਾਰੇ ਬੈਕੁੰਠ ਧਾਮ ਗਏ ਜਿਨ੍ਹਾਂ ਸ਼ਰਧਾ ਧਾਰੀ ਹੈ। ਅਬ ਤੁਮ ਸਿਮਰੋ ਅਬ ਤੁਮ ਤਿਹ ਕੋ ਸਿਮਰੋ ਨਾਮ, ਚਲੋ ਵੀ ਹੁਣ ਤੁਸੀਂ ਵੀ ਉਸ ਭਗਵਾਨ ਦਾ ਜਿਹੜਾ ਨਾਮ ਸਿਮਰੋ। ਹੋਏ ਤੁਮਾਰੋ ਬੈਕੁੰਠ ਧਾਮ, ਜਦੋਂ ਤੁਸੀਂ ਸਰੀਰ ਛੱਡ ਕੇ ਜਾਓਗੇ ਤੁਹਾਡਾ ਵੀ ਜਿਹੜਾ ਘਰ ਸਥਾਨ ਹੈ ਉਹ ਬੈਕੁੰਠ ਦੇ ਵਿੱਚ ਹੋਏਗਾ, ਤੁਸੀਂ ਬੈਕੁੰਠ ਵਿੱਚ ਹੀ ਵਸੋਗੇ। ਗੁਰ ਸੋ ਮਿਲ ਭਗਤੀ ਔਰ ਧਾਰੋ, ਪੂਰਿਆਂ ਗੁਰਾਂ ਨੂੰ ਮਿਲ ਕੇ ਜਦੋਂ ਤੁਸੀਂ ਪਰਮੇਸ਼ਰ ਦੀ ਪ੍ਰੇਮਾ ਭਗਤੀ ਹਿਰਦੇ ਵਿੱਚ ਧਾਰੋਗੇ, ਧਿਆਨ ਕਰੋ ਬੰਧਨ ਛੁਟਕਾਰੋ, ਤੇ ਧਿਆਨ ਤੁਸੀਂ ਕਰੋ ਤੇ ਜਿਹੜੇ ਮੋਹ ਮਮਤਾ ਦੇ ਬੰਧਨ ਹੈ ਉਹਨਾਂ ਤੋਂ ਛੁਟਕਾਰਾ ਕਰੋ। ਸਤਿਗੁਰ ਦਰਸ ਸਫਲ ਸੁਖਦਾਈ, ਕਿਉਂਕਿ ਜਿਹੜੇ ਪੂਰੇ ਸਤਿਗੁਰੂ ਹੁੰਦੇ ਉਹਨਾਂ ਦੇ ਦਰਸ਼ਨ ਸਫਲ ਤੇ ਸੁਖਦਾਈ ਹੁੰਦੇ ਹੈ। ਜਪਹੁ ਨਾਮ ਹੋਵੇ ਅੰਤ ਸਹਾਈ, ਐਸੇ ਸਤਿਗੁਰਾਂ ਪਾਸੋਂ ਉਪਦੇਸ਼ ਲੈ ਕਰਕੇ ਨਾਮ ਜਪੋ ਜੋ ਅੰਤ ਨੂੰ ਸਹਾਈ ਹੋਏਗਾ। ਜਿੱਥੇ ਕੋਈ ਸਹਾਇਤਾ ਨਹੀਂ ਕਰਦਾ, ਜੈ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਗੁਰਮੁਖ ਹੋਵਹੁ ਤਜਹੁ ਬਿਕਾਰਾ, ਗੁਰਮੁਖ ਗੁਰੂ ਮੁਖ ਤੋਂ ਬਚਨ ਸੁਣ ਕੇ ਇਹਨਾਂ ਨੂੰ ਧਾਰਨ ਕਰੋ। ਗੁਰਮੁਖ ਹੋਵੋ ਤੇ ਜਿਹੜੇ ਮਨ ਦੇ ਵਿਕਾਰ ਮਾੜੇ ਉਹ ਛੱਡੋ। ਆਪ ਤਰਹੁ ਕਰ ਪਿਤਰ ਉਦਾਰਾ, ਜਿਸ ਕਰਕੇ ਨਾਮ ਦੀ ਕਮਾਈ ਕਰਕੇ ਆਪ ਵੀ ਤਰੋ ਤੇ ਆਪਣੇ ਪਿੱਤਰ ਬਜ਼ੁਰਗਾਂ ਦਾ ਵੀ ਉਧਾਰ ਕਰੋ। ਜਿਸ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾ ਅੰਤ ਨਾ ਪਾਰੋ। ਜਿਸ ਪਰਮੇਸ਼ਰ ਦਾ ਅੰਤ ਪਾਰਾਵਾਰ ਨਹੀਂ ਉਸ ਸਿਮਰਨ ਨੂੰ ਤੁਸੀਂ ਹਮੇਸ਼ਾ ਜਪੋ। ਆਪਣੇ ਬਜ਼ੁਰਗਾਂ ਦਾ ਵੀ ਉਧਾਰ ਕਰੋ। ਆਇਆ ਉਹ ਪਰਮਾਨ ਜੇ ਕੁਲ ਕਾ ਕਰੇ ਉਧਾਰ, ਉਹੀਓ ਆਇਆ ਪਰਮਾਨ ਜਿਹੜਾ ਕੁਲਾਂ ਦਾ ਉਧਾਰ ਕਰਦਾ ਹੈ। ਦੋਹਰਾ ਸੁਨ ਪੰਡਿਤ ਭੋਜਨ ਕੀਓ, ਸੁਣ ਕਰਕੇ ਪੰਡਤਾਂ ਨੇ ਸਤਿਗੁਰੂ ਜੀ ਨੂੰ ਪੁੱਛਣਾ ਕੀਤਾ, ਗੁਰੂ ਕਿਤਕ ਪ੍ਰਕਾਰ। ਮਹਾਰਾਜ ਜੀ ਸਾਨੂੰ ਇਹ ਵੀ ਦੱਸੋ ਵੀ ਗੁਰੂ ਜਿਹੜੇ ਉਹ ਕਿੰਨੇ ਪ੍ਰਕਾਰ ਦੇ ਹੁੰਦੇ ਐ। ਉੱਤਰ ਦੇਨੇ ਹੇਤ ਤਬ, ਉਹ ਪੰਡਤਾਂ ਤੋਂ ਸੁਣ ਕੇ ਵੀ ਗੁਰੂ
ਕਿੰਨੇ ਤਰ੍ਹਾਂ ਦੇ ਹੁੰਦੇ ਐ ਉੱਤਰ ਦੇਣ ਵਾਸਤੇ ਉਸ ਵੇਲੇ। ਬੋਲੇ ਗੁਰੂ ਉਦਾਰ ਸਖੀ ਦਾਤੇ ਸ੍ਰੇਸ਼ਟ ਸਤਿਗੁਰੂ ਨਾਨਕ ਸਾਹਿਬ ਜੀ ਬਚਨ ਬੋਲੇ ਐ। ਚੌਪਈ ਇਕ ਪੰਡਿਤ ਗੁਰ ਇਕ ਅਵਧੂਤਾ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਸੁਣੋ, ਇੱਕ ਤੇ ਹੁੰਦਾ ਹੈ ਪੰਡਿਤ ਗੁਰੂ, ਜਿਹੜਾ ਐ ਵੀ ਸ਼ਾਸਤਰ ਵੇਦ ਪੜ੍ਹਿਆ ਹੋਵੇ, ਬੜਾ ਵਿਦਵਾਨ ਪੜ੍ਹਿਆ ਲਿਖਿਆ ਹੋਵੇ, ਇੱਕ ਤੇ ਉਹ ਗੁਰੂ ਹੁੰਦਾ ਹੈ। ਇੱਕ ਅਵਧੂਤਾ ਵੀ ਜਿਹੜਾ ਹੈ ਤੇ ਅਨਪੜ੍ਹ ਪਰ ਬੜਾ ਤਪਸਵੀ, ਨਾਮ ਅਭਿਆਸ ਕਮਾਈ ਕਰਕੇ ਤੇ ਜਿਹੜਾ ਅਭਿਆਸੀ ਹੋ ਕੇ ਪੂਰਾ ਗਿਆਨਵਾਨ ਆਪਣੇ ਆਪ ਵਿੱਚ ਹੋ ਜਾਏ। ਇੱਕ ਤੇ ਉਹ ਹੈ ਅਵਧੂਤਾ ਕਿ ਜਿਹੜਾ ਅਨਪੜ੍ਹ ਹੈ ਪਰ ਕਮਾਈ ਵਾਲਾ ਹੈ। ਮਹਾਪੁਰਖ ਇੱਕ ਜੇ ਮਤ ਪੂਤਾ। ਇੱਕ ਤੀਸਰਾ ਗੁਰੂ ਉਹ ਹੈ ਜੋ ਮਹਾਨ ਪੁਰਖ ਹੈ, ਜਿਸ ਦੀ ਆਤਮ ਸ਼ੈਣੀ ਬੁੱਧੀ ਹੁੰਦੀ ਹੈ, ਮਤ ਬੜੀ ਪਵਿੱਤਰ ਹੁੰਦੀ ਹੈ, ਉੱਚੀ ਸੁੱਚੀ। ਲਖਣ ਸੁਨਹਾ ਭਿੰਨ ਮਨ ਮਾਨਹਾ। ਇਹ ਤਿੰਨਾਂ ਦੇ ਵੱਖੋ ਵੱਖਰੇ ਜਿਹੜੇ ਲੱਛਣ ਵੀ ਚਿੰਨ੍ਹ ਵੀ ਸੁਣ ਲਓ ਤੇ ਮਨ ਵਿੱਚ ਮੰਨ ਲਓ, ਧਾਰਨ ਕਰ ਲਓ। ਜੇ ਪੰਡਿਤ ਤਿਨਾ ਕੋ ਇਉ ਜਾਨਹਾ। ਜਿਹੜਾ ਤੇ ਪੰਡਿਤ ਪੜ੍ਹਿਆ ਲਿਖਿਆ ਗੁਰੂ ਹੈ ਉਸ ਨੂੰ ਤੇ ਤੁਸੀਂ ਇਉਂ ਜਾਣ ਲਓ। ਅਨਤਾਰੂ ਜਿਉ ਬਚਨ ਅਲਾਏ। ਅਨਤਾਰੂ ਕਹੀਏ ਜੋ ਆਪ ਤਰ ਨਾ ਸਕੇ, ਜਿਹੜਾ ਆਪ ਤੇ ਨਦੀ ਵਿੱਚ ਤਰ ਨਹੀਂ ਸਕਦਾ ਤੇ ਪਰ ਉਹ ਇਉਂ ਬਚਨ ਕਹੇ। ਨਦੀ ਪਾਰ ਤਟ ਹੋਤ ਲਖਾਏ। ਵੀ ਉਹ ਨਦੀ ਦੇ ਕਿਨਾਰੇ ਤੇ ਖੜਾ ਹੋਇਆ ਤੇ ਦੂਸਰਿਆਂ ਨੂੰ ਕਹਿ ਰਿਹਾ ਹੋਵੇ ਜਿਹੜੇ ਵਿੱਚ ਵੜੇ ਹੋਣ ਵੀ ਨਦੀ ਦਾ ਪਾਰਲਾ ਕਿਨਾਰਾ ਵੀ ਇੱਧਰ ਜਿਹੜਾ ਜਾਣਿਆ ਜਾਂਦਾ ਹੈ, ਇੱਧਰ ਉਹ ਜਾਣਿਆ ਜਾ ਰਿਹਾ ਨਦੀ ਦਾ ਕਿਨਾਰਾ, ਤੁਸੀਂ ਇਹਦੇ ਵਿੱਚ ਤਾਰੀ ਮਾਰ ਲਓ। ਤਰਹੁ ਤਾਹੇ ਹੋਵੋਗੇ ਪਾਰੂ। ਇਸ ਨਦੀ ਵਿੱਚ ਛਾਲ ਮਾਰ ਕੇ ਤਾਰੀ ਮਾਰ ਕੇ ਤਰੋ ਤਾਂ ਤੁਸੀਂ ਪਾਰ ਹੋ ਜਾਓਗੇ। ਆ ਕਿਨਾਰਾ ਇਸ ਪਾਸੇ ਹੈ, ਇਸ ਕਿਨਾਰੇ ਤੇ ਤੁਸੀਂ ਲੱਗ ਜਾਓਗੇ। ਤਰ ਨਹਿ ਜਾਣਹਿ ਕਰਹਿ ਉਚਾਰੋ। ਉਹ ਆਪ ਤੇ ਤਰਨਾ ਜਾਣਦਾ ਨਹੀਂ ਹੈ ਪਰ ਇਵੇਂ ਉਚਾਰਨ ਕਰਦਾ ਉਹ ਅਨਤਾਰੂਆ ਵੀ ਵਿੱਚ ਆਪ ਨਹੀਂ ਵੜਦਾ, ਪਾਸੇ 'ਚ ਖਲੋਤਾ ਕਰੀ ਜਾਂਦਾ ਵੀ ਇੱਧਰਲੇ ਪਾਸੇ ਨਦੀ ਦਾ ਜਿਹੜਾ ਹੈ ਉਹ ਪਾਰਲਾ ਪਾਸਾ ਕਿਨਾਰਾ ਹੈ। ਇਸ ਕਰਕੇ ਵੀ ਤੁਸੀਂ ਤਾਰੀ ਮਾਰ ਕੇ ਤਰੋ ਛੇਤੀ ਛੇਤੀ, ਜਿਸ ਕਰਕੇ ਪਾਰ ਹੋ ਜਾਓਗੇ, ਕਿਨਾਰੇ 'ਤੇ ਲੱਗ ਜਾਓਗੇ। ਆਪ ਨਹੀਂ ਉਤਰ ਸਕਦਾ ਪਰ ਕਹਿ ਰਿਹਾ ਹੈ, ਸੁਣਾਉਂਦਾ ਹੈ ਜ਼ਰੂਰ ਆਪ। ਆਪ ਨਾ ਕਰਹਿ ਦੇਤ ਉਪਦੇਸਾ। ਇਸੇ ਤਰ੍ਹਾਂ ਜਿਹੜਾ ਆਪ ਨਹੀਂ ਕਰਦਾ ਕਮਾਈ ਤੇ ਦੂਸਰਿਆਂ ਨੂੰ ਉਪਦੇਸ਼ ਦਿੰਦਾ ਵੀ ਐਵੇਂ ਨਹੀਂ ਐਵੇਂ ਕਰ ਲਓ। ਪੰਡਿਤ ਗੁਰ ਜਾਨਹੁ ਤੁਮ ਐਸਾ। ਐ ਵੀ ਪੰਡਿਤੋ ਤੁਸੀਂ ਐਸਾ ਉਹ ਪੰਡਿਤ ਗੁਰੂ ਜਾਣ ਲਓ ਵੀ ਜਿਹੜਾ ਉਪਦੇਸ਼ ਕਰੀ ਜਾਂਦਾ ਹੈ, ਆਪ ਦੱਸੀ ਜਾਂਦਾ ਹੈ ਸਭ ਕੁਝ ਵੀ ਇਸ ਤਰ੍ਹਾਂ ਕਰੋ, ਐਵੇਂ ਨਾਮ ਜਪ ਲਓ ਤੇ ਪਰ ਆਪ ਕਮਾਈ ਨਹੀਂ ਕਰਦਾ। ਅਵਰੇ ਉਪਦੇਸ਼ ਦੂਸਰਾਂ ਨੂੰ ਉਪਦੇਸ਼ ਕਰੀ ਜਾਂਦਾ ਹੈ, ਆਪ ਕਮਾਈ ਬਿਲਕੁਲ ਨਹੀਂ ਕਰਦਾ ਉਸ ਬਚਨ ਦੀ। ਵੇਦ ਪੁਰਾਨ ਨ ਕਰਹਿ ਬਖਿਆਨਾ। ਫਿਰ ਜਿਹੜੇ ਵੇਦਾਂ ਦੇ ਸੁਰਤੀਆਂ ਪੜ੍ਹ ਕੇ ਕਥਨ ਕਰੀ ਜਾਂਦਾ ਹੈ, ਪੁਰਾਣਾ ਦੇ ਸ਼ਲੋਕ ਕਥਨ ਕਰਕੇ ਕਹੀ ਜਾਂਦਾ ਹੈ। ਲੋਭ ਮੋਹ ਮਹਿ ਬੈਸ ਬਿਹਾਨਾ। ਪਰ ਆਪ ਮਾਇਆ ਦੇ ਲੋਭ ਵਿੱਚ ਤੇ ਪਰਿਵਾਰ ਦੇ ਮੋਹ ਵਿੱਚ ਉਹਦੀ ਜਿਹੜੀ ਉਮਰ ਬੀਤਦੀ ਜਾਂਦੀ ਹੈ, ਆਪ ਉਹਨੂੰ ਇਹ ਲੱਤ ਲੱਗੀ ਹੋਈ ਹੈ ਵੀ ਮੈਂ ਮਾਇਆ ਬਹੁਤੀ ਜੋੜ ਲਵਾਂ, ਪਰਿਵਾਰ ਜਿਹੜਾ ਮੇਰਾ ਹੈ ਉਹ ਸੁਖੀ ਰਹੇ, ਉਹਦੇ ਮੋਹ ਵਿੱਚ ਫਸਿਆ ਹੋਇਆ। ਤੇ ਦੂਸਰਿਆਂ ਨੂੰ ਕਹੀ ਜਾਵੇ ਵੀ ਮੋਹ ਛੱਡ ਦਿਓ, ਪੈਸੇ ਦਾ ਲਾਲਚ ਨਾ ਕਰੋ। ਇਹ ਪੰਡਿਤ ਗੁਰੂ ਹੁੰਦਾ ਹੈ, ਐਸਾ ਪੜ੍ਹਿਆ ਲਿਖਿਆ। ਦੋਹਰਾ ਪੁਨ ਮਿਲਨ ਕੋ ਜਾਣੀਏ। ਐਸੇ ਗੁਰੂ ਨੂੰ ਮਿਲਣ ਦਾ ਜਿਹੜਾ ਪੁੰਨ ਮਿਲਣਾ ਤੇ ਜਾਣ ਲੈ ਵੀ ਪੁੰਨ ਜ਼ਰੂਰ ਮਿਲਦਾ ਹੈ ਕੁਝ ਨਾ ਕੁਝ। ਹੋਤ ਨਾਰਦਾ ਗਿਆਨ। ਪਰ ਐਸੇ ਪੰਡਿਤ ਪੜ੍ਹੇ ਲਿਖੇ ਗੁਰੂ ਤੋਂ ਜਿਹਨੇ ਆਪ ਕੋਈ ਕਮਾਈ ਨਹੀਂ ਕੀਤੀ, ਢਾਲਿਆ ਨਹੀਂ ਹੈ, ਉਪਦੇਸ਼ ਕਮਾਇਆ ਨਹੀਂ ਹੈ, ਉਸ ਪਾਸੋਂ ਬ੍ਰਹਮ ਗਿਆਨ ਹਿਰਦੇ ਵਿੱਚ ਹੋ ਨਹੀਂ ਸਕਦਾ। ਪੁਨ ਜੋ ਹੈ ਅਵਧੂਤ ਗੁਰ। ਗੁਰਦੀ ਪੁਨ ਜੋ ਹੈ ਅਵਧੂਤ ਗੁਰ। ਫਿਰ ਜੋ ਅਵਧੂਤ ਗੁਰੂ ਹੈ, ਭਾਵ ਜੋ ਅਨਪੜ੍ਹ ਹੈ,
ਪੜ੍ਹਿਆ ਲਿਖਿਆ ਤੇ ਨਹੀਂ ਹੈ, ਪਰ ਕਮਾਈ ਵਾਲਾ ਹੈ, ਤਪਸਵੀ ਹੈ। ਵਿਦਿਆ ਤੇ ਅਨਜਾਨ, ਸ਼ਾਸਤਰਾਂ ਦੀ ਵਿਦਿਆ ਤੋਂ ਅਣਜਾਣ ਹੈ। ਸ਼ਾਸਤਰ ਪੜ੍ਹਿਆ ਨਹੀਂ ਹੈ, ਕੋਈ ਪ੍ਰਮਾਣ ਨਹੀਂ ਦੇ ਸਕਦਾ। ਐਸਾ ਜੋ ਕਮਾਈ ਵਾਲਾ ਅਵਧੂਤ ਗੁਰੂ ਹੈ। ਜੋ ਪਈ ਮਿਲਾ ਸੰਤ ਕੋ ਜੋਗਹਿ ਪਾਇਓ। ਪਰਮੇਸ਼ਰ ਦੀ ਦੇਵਨੈ ਦੀ ਆ ਦੇਵ ਜੋਗ ਨਾਲ ਹੀ ਕੋਈ ਸੰਤ ਮਿਲ ਗਿਆ ਤੇ ਉਹ ਸੰਤ ਪੂਰਨ ਮਿਲੇ ਤੋਂ ਉਸਨੇ ਪਰਮੇਸ਼ਰ ਵਿੱਚ ਜੁੜਨਾ ਪਾ ਲਿਆ। ਭਇਓ ਗਿਆਨ ਔਰ ਮੋਹ ਮਿਟਾਇਓ। ਜਿਸ ਕਰਕੇ ਹਿਰਦੇ ਵਿੱਚ ਆਪਣੇ ਆਪ ਨੂੰ ਗਿਆਨ ਹੋ ਗਿਆ ਤੇ ਮੋਹ ਨੂੰ ਮਿਟਾ ਲਿਆ। ਆਪ ਤਰਾ ਭਵ ਸਾਗਰ ਸੋਏ। ਉਹ ਤੇ ਆਪਣੇ ਆਪ ਨੂੰ ਸੰਸਾਰ ਸਮੁੰਦਰ ਤੋਂ ਤਾਰ ਲੈਂਦਾ, ਤਰ ਸਕਦਾ ਹੈ। ਔਰ ਉਧਾਰ ਨਾ ਤਿਹ ਤੇ ਹੋਏ। ਪਰ ਐਸੇ ਅਵਧੂਤ ਗੁਰੂ ਤੋਂ ਹੋਰਨਾਂ ਦਾ ਉਧਾਰ ਨਹੀਂ ਹੋ ਸਕਦਾ ਹੈ, ਕਿਉਂਕਿ ਉਹ ਜੁਗਤੀ ਦੱਸ ਨਹੀਂ ਸਕਦਾ। ਜਿਹੜਾ ਵੀ ਅਨਪੜ੍ਹ ਗੁਰੂ ਹੈ, ਉਂਝ ਕਮਾਈ ਵਾਲਾ ਹੈ, ਉਹ ਕਿਸੇ ਨੂੰ ਦੱਸ ਨਹੀਂ ਸਕਦਾ, ਕਿਉਂਕਿ ਆਮਲ ਤੇ ਆਲਮ ਇਹ ਦੋਵੇਂ ਚੀਜ਼ਾਂ ਹੋਣੀਆਂ ਜ਼ਰੂਰੀ ਹੈ। ਜਿਉਂ ਜਲ ਬਿਖਾ ਲਸਟ ਕਾ ਜਾਈ। ਪੰਡਤੋ, ਜਿਸ ਤਰ੍ਹਾਂ ਜਲ ਦੇ ਵਿੱਚ ਸੋਟੀ ਜਾਂਦੀ ਹੈ ਤੁਰੀ ਉੱਤੇ ਉੱਤੇ, ਆਪ ਤਰਾ ਨਹ ਔਰ ਤਰਾਈ। ਉਹ ਸੋਟੀ ਆਪ ਤੇ ਤਰੀ ਜਾਂਦੀ ਹੈ, ਪਰ ਕੋਈ ਉਹਦਾ ਸਹਾਰਾ ਲੈਣਾ ਚਾਹੇ ਉਹ ਹੋਰਨਾਂ ਨੂੰ ਨਹੀਂ ਤਾਰ ਸਕਦੀ। ਪੋਨਾ ਜੇ ਮਹਾਪੁਰਖ ਗੁਰ ਜਾਨਹਾ। ਇਸ ਤਰ੍ਹਾਂ ਉਹ ਹੁੰਦੇ ਅਵਧੂਤ ਗੁਰੂ ਵੀ ਸੋਟੀ ਵਾਂਗ ਆਪ ਤਰ ਸਕਦੇ ਆ, ਪਰ ਸੰਸਾਰ ਸਮੁੰਦਰ ਤੋਂ, ਪਰ ਸੰਸਾਰ ਸਮੁੰਦਰ ਦੇ ਵਿੱਚੋਂ ਕੱਢਣ ਲਈ ਦੂਸਰਿਆਂ ਨੂੰ ਨਹੀਂ ਤਾਰ ਸਕਦੇ। ਫਿਰ ਮਹਾਰਾਜ ਕਹਿੰਦੇ ਜਿਹੜੇ ਤੀਸਰੇ ਗੁਰੂ ਦੱਸੇ ਹੈ, ਜੋ ਮਹਾਨ ਪੁਰਖ ਗੁਰੂ ਜਾਣ ਲਓ। ਸਭ ਵਿਦਿਆ ਮਹਿ ਨਿਪੁਨ ਪਛਾਨਹਾ। ਉਹ ਜੋ ਮਹਾਪੁਰਖ ਗੁਰੂ ਹੈ, ਉਹ ਸਾਰੀਆਂ ਵਿਦਿਆ ਵਿੱਚ ਨਿਪੁੰਨ ਪਛਾਣ ਲਓ, ਪੂਰਨ ਪਛਾਣ ਲਓ। ਤਿਨ ਕੋ ਮਿਲਹਿ ਮਨੁਜ ਜੇ ਜਾਈ। ਉਸ ਬ੍ਰਹਮ ਸਰੋਤਰੀ ਬ੍ਰਹਮ ਨਿਸ਼ਟੀ ਗੁਰੂ ਨੂੰ ਜੇ ਕੋਈ ਮਨੁੱਖ ਆ ਮਿਲੇ, ਹੋਇ ਉਧਾਰ ਸਹਜ ਗਤ ਪਾਈ। ਉਹਦਾ ਸਹਿਜ ਸੁੱਤੇ ਸੇ ਦੀ ਉਧਾਰ ਹੋ ਜਾਂਦਾ, ਉਹ ਮੁਕਤੀ ਪਾ ਲੈਂਦਾ ਹੈ। ਆ ਸਹਿਜੇ ਗਤ ਪਾਈ ਕਹੀਏ, ਗਿਆਨ ਪਾ ਲੈਂਦਾ ਹੈ, ਤੇ ਉਹਦਾ ਜਿਸ ਗਿਆਨ ਕਰਕੇ ਉਹਦਾ ਉਧਾਰ ਹੋ ਜਾਂਦਾ ਹੈ। ਜਿਹ ਉਪਦੇਸ਼ ਦੇਹ ਗਿਆਨਾ। ਉਹ ਜਿਸ ਨੂੰ ਵੀ ਬ੍ਰਹਮ ਸਰੋਤਰੀ ਬ੍ਰਹਮ ਨਿਸ਼ਟੀ ਗੁਰੂ ਉਪਦੇਸ਼ ਦੇਵੇ ਆਪਣਾ, ਉਸੇ ਨੂੰ ਉਪਦੇਸ਼ ਦੇ ਕੇ ਗਿਆਨ ਬਖਸ਼ ਦਿੰਦਾ ਹੈ। ਐਸੇ ਮਹਾਪੁਰਖ ਸੁਖਦਾਨਾ। ਐਸੇ ਮਹਾਨ ਪੁਰਖ ਗੁਰੂ ਜਿਹੜੇ ਹੁੰਦੇ ਆ, ਉਹ ਸੁਖਦਾਈ ਹੁੰਦੇ ਆ ਜੀਵ ਨੂੰ। ਦੋਹਰਾ ਤਿਨ ਕੇ ਦੇਖ ਚਾਰ ਨਰ। ਉਹਨਾਂ ਮਹਾਂਪੁਰਖਾਂ ਦੇ ਆਚਾਰ ਕਰਤੱਵ ਦੇਖ ਕਰਕੇ ਪੁਰਸ਼, ਜੇ ਕੋ ਆਪ ਕਮਾਏ। ਉਹਨਾਂ ਨੂੰ ਕਮਾਈ ਕਰਦਿਆਂ ਉਹਨਾਂ ਦੇ ਕਰਤੱਵ ਕਰਮ ਦੇਖ ਕੇ ਵੀ ਬੜੀ ਕਮਾਈ ਕਰਦਾ ਹੈ। ਜੋ ਪੁਰਸ਼ ਦੇ ਕੇ ਆਪ ਵੀ ਕਮਾਈ ਕਰੇ, ਉਹ ਉਸੇ ਤਰ੍ਹਾਂ ਹੀ ਕਰਨ ਲੱਗ ਪਏ। ਸਵਸਤ ਹੋਤ ਤਿਨ ਕੋ ਸਦਾ। ਉਸ ਪੁਰਸ਼ ਦਾ ਸਦਾ ਹੀ ਸਵਸਤ ਕਹੀਏ ਭਲਾ ਹੁੰਦਾ ਹੈ, ਤੇ ਸਵਸਤ ਕਹੀਏ ਕਲਿਆਣ ਹੋ ਜਾਂਦੀ ਹੈ। ਜਮਪੁਰ ਸੋ ਨਹਿ ਜਾਏ। ਜਮਾਂ ਦੀ ਪੂਰੀ ਧਰਮ ਰਾਜੇ ਪਾਸ ਹੋ ਜਾਂਦਾ ਨਹੀਂ ਹੈ ਪੁਰਸ਼ ਕਮਾਈ ਕਰਨ ਵਾਲਾ। ਚੌਪਈ ਨਰ ਜਿਹ ਪਾਰ ਲੰਘਾਵਨ ਹੋਏ। ਜਿਸ ਤਰ੍ਹਾਂ ਕਹਿੰਦੇ ਜਿਸ ਪੁਰਸ਼ ਨੇ ਦੂਸਰੇ ਪੁਰਸ਼ਾਂ ਨੂੰ ਪਾਰ ਲੰਘਾਉਣਾ ਹੋਏ, ਪਾਰ ਕਰਾ ਕੇਵਟ ਸਮ ਸੋਏ। ਨਰ ਜਿਹ ਪਾਰ ਲੰਘਾਵਣ ਹੋਏ। ਜਿਸ ਪੁਰਸ਼ ਨੇ ਕਿਸੇ ਨੂੰ ਪਾਰ ਲੰਘਾਉਣਾ ਹੋਵੇ ਤੇ ਉਹ ਪਾਰ ਕਰੇ, ਉਹ ਕੇਵਟ ਕਹੀਏ ਮਲਾਹ ਦੇ ਬਰਾਬਰ ਹੀ ਹੁੰਦਾ ਜਿਹੜਾ ਪਾਰ ਕਰਦਾ ਦੂਸਰਿਆਂ ਨੂੰ। ਕਿਸੇ ਤੁਲਾ ਦੇ ਕਿਹ ਸਰਨਾਈ। ਉਹ ਪਾਰ ਕਰਨ ਵਾਲਾ ਪੁਰਸ਼ ਕਿਸੇ ਤਰ੍ਹਾਂ ਵੀ ਪਾਰ ਕਰਾਵੇ, ਪਰ ਕਰਾਉਂਦਾ ਜ਼ਰੂਰ ਹੈ। ਕਿਸੇ ਨੂੰ ਤੇ ਉਹ ਤੁਲਾ ਦੇ ਦਿੰਦਾ ਹੈ, ਆ ਲੱਕੜਾਂ ਜਿਹੀਆਂ ਜੋੜ ਕੇ ਤੇ ਜੰਗਲ ਦੀਆਂ ਵੇਲਾਂ ਦੀਆਂ ਡੰਡੀਆਂ ਤੋੜ ਕੇ ਬੰਨ੍ਹ ਕੇ ਲੱਕੜਾਂ ਨੂੰ ਉਹਦੇ ਉੱਪਰ ਭਾ ਕੇ ਪਾਰ ਕਰ ਦਿੰਦਾ ਹੈ। ਤੇ ਕਿਸੇ ਨੂੰ ਜਿਹੜੀ ਆ ਸਰਨਾਈ, ਆ ਜਿਹੜੀ ਫੂਕ ਭਰੀ ਹੋਈ ਖੱਲ ਹੈ, ਜਿਹਦੇ ਵਿੱਚ ਪਾਣੀ ਦੇ ਤਰ ਜਾਂਦੇ ਆ, ਬਗਲ ਵਿੱਚ ਲੈ ਕੇ ਮਸ਼ਕ ਜੀ ਜਿਹਦੇ ਵਿੱਚ ਹਵਾ ਭਰੀ ਹੋਵੇ, ਉਹ ਕਿਸੇ ਨੂੰ ਤੇ
ਉਹ ਮਸ਼ਕ ਜੀ ਦੇ ਦਿੰਦਾ ਵੀ ਬਗਲ ਵਿੱਚ ਲੈ ਕੇ, ਜਿਸ ਕਰਕੇ ਮਨੁੱਖ ਤਰ ਕੇ ਪਾਰ ਹੋ ਜਾਂਦਾ ਹੈ। ਕਿਸਹੋਂ ਨੌਕਾ ਦੇਤ ਚੜਾਈ, ਕਿਸੇ ਨੂੰ ਨੌਕਾ ਕਹੀਏ ਬੇੜੀ ਤੇ ਚੜਾ ਦਿੰਦਾ ਹੈ। ਤਿਹ ਕੇ ਦਰਸ਼ਨ ਕਲ ਮਲ ਜਾਈ, ਐਸੇ ਮਹਾਂਪੁਰਖ ਹੁੰਦੇ ਐ ਤੇ ਉਹਨਾਂ ਮਹਾਂਪੁਰਖਾਂ ਗੁਰੂਆਂ ਦੇ ਦਰਸ਼ਨਾਂ ਦੇ ਨਾਲ ਪਾਪ ਚਲੇ ਜਾਂਦੇ। ਦਰਸ਼ਨ ਪਰਸੇ ਗੁਰੂ ਕੈ, ਜਨਮ ਮਰਨ ਦੁਖ ਜਾਏ, ਜੰਮਣ ਮਰਨ ਵੀ ਚਲੇ ਜਾਂਦੇ ਐ। ਮਹਾਪੁਰਖ ਗੁਰ ਸਭ ਸੁਖਦਾਈ, ਜਿਹੜੇ ਮਹਾਂਪੁਰਖ ਹੁੰਦੇ ਐ, ਗੁਰੂ ਪੂਰੇ ਹੁੰਦੇ ਐ, ਉਹ ਸਾਰੇ ਸੁਖਦਾਈ ਹੁੰਦੇ, ਸੁਖ ਦੇਣ ਵਾਲੇ ਹੁੰਦੇ ਜੀਵ ਨੂੰ। ਗੁਣ ਖਾਨੀ ਤੇ ਸੁਨ ਅਸਬਾਨੀ, ਗੁਣਾਂ ਦੀ ਖਾਨ ਸਤਿਗੁਰਾਂ ਤੋਂ ਐਸੀ ਬਾਣੀ ਸੁਣ ਕੇ ਪਰਮ ਪ੍ਰੇਮ ਮੈਂ ਮਤ ਲਪਟਾਨੀ, ਇਹਨਾਂ ਸਾਰਿਆਂ ਦੀ ਬਹੁਤ ਵੱਡੇ ਪ੍ਰੇਮ ਵਿੱਚ ਹੀ ਮੱਤ ਲਪਟ ਗਈ ਹੈ, ਲੱਗ ਗਈ ਹੈ। ਗਹਿ ਪਦ ਪੰਕਜ ਬਿਨੈ ਬਖਾਨ ਹੈ, ਸਤਿਗੁਰ ਜੀ ਦੇ ਚਰਨ ਕਮਲ ਫੜ ਫੜ ਕੇ ਬਹੁਤੀਆਂ ਬੇਨਤੀਆਂ ਕਹਿੰਦੇ ਫਿਰ। ਮੁਕਤ ਦਾਨ ਦਾ ਰੂਪ ਪਛਾਨ ਹੈ, ਬਹੁਤ ਬੇਨਤੀਆਂ ਕਹਿੰਦੀਆਂ ਸਤਿਗੁਰੂ ਨਾਨਕ ਸਹਿਜ ਨੂੰ ਕਿ ਮੁਕਤੀ ਦਾ ਦਾਨ ਦੇਣ ਵਾਲੇ ਐਸਾ ਸਰੂਪ ਪਛਾਣ ਕੇ। ਭਵ ਸਾਗਰ ਮਹਿ ਹੈ ਦੁਖ ਭਾਰਾ, ਕਹਿੰਦੇ ਐ ਮਹਾਰਾਜ ਜੀ ਸੰਸਾਰ ਸਮੁੰਦਰ ਵਿੱਚ ਬਹੁਤ ਭਾਰੀ ਦੁੱਖ ਹੈ। ਨਿਜ ਕਰੁਣਾ ਕਰ ਕਰਹੁ ਉਦਾਰਾ, ਆਪਣੀ ਕਿਰਪਾ ਕਰਕੇ ਸਾਡਾ ਇਸ ਕਲਯੁਗ ਦੇ ਸਮੇਂ ਵਿੱਚੋਂ ਸੰਸਾਰ ਸਮੁੰਦਰ ਦੇ ਦੁੱਖਾਂ ਤੋਂ ਉਧਾਰ ਕਰੋ ਜੀ। ਦੋਹਰਾ ਸਿੱਖ ਆਪਨੇ ਕੀਜੀਏ, ਸਾਨੂੰ ਸਾਰਿਆਂ ਨੂੰ ਆਪਣੀ ਸਿੱਖਿਆ ਦੇ ਕੇ ਸਿੱਖ ਕਰੀਏ ਜੀ। ਸ਼ੁਭ ਉਪਦੇਸ਼ ਦ੍ਰਿੜਾਏ, ਆਪਣਾ ਚੰਗਾ ਮਹਾਨ ਉਪਦੇਸ਼ ਪੱਕਿਆਂ ਕਰਕੇ। ਜਸ ਤੁਮਰਾ ਸ਼ਰਵਨ ਸੁਣਿਓ, ਕਿਉਂਕਿ ਅਸਾਂ ਨੇ ਤੁਹਾਡਾ ਜਿਹੜਾ ਜਸ ਕੰਨਾਂ ਵਿੱਚ ਬਹੁਤ ਸੁਣਿਆ ਸੀ ਗੁਰੂ ਮਹਾਰਾਜ। ਦਰਸ ਦਿਓ ਅਬ ਆਏ, ਆਪ ਜੀ ਨੇ ਬਹੁਤ ਮਹਾਨ ਕਿਰਪਾ ਕਰਕੇ ਹੁਣ ਆ ਕੇ ਸਾਨੂੰ ਅਯੁੱਧਿਆ ਨਗਰੀ ਵਿੱਚ ਦਾ ਦਰਸ਼ਨ ਦਿੱਤਾ ਹੈ। ਇਸ ਤਰ੍ਹਾਂ ਮਹਾਰਾਜ ਆਪਣਾ ਉਪਦੇਸ਼ ਸਾਨੂੰ ਬਖਸ਼ੀਏ, ਜਿਸ ਕਰਕੇ ਸਾਡਾ ਭਲਾ ਹੋ ਸਕੇ। ਅਸੀਂ ਆਪ ਜੀ ਸਿੱਖ ਹੋਣਾ ਚਾਹੁੰਦੇ ਹਾਂ। ਇਸ ਤਰ੍ਹਾਂ ਇਹ ਬੇਨਤੀਆਂ ਕਰਦੇ ਆ। ਗੁਰੂ ਸਾਹਿਬ ਜੀ ਜਿਵੇਂ ਇਹਨਾਂ ਉੱਪਰ ਕਿਰਪਾ ਕਰਦੇ ਹੈ, ਉਹ ਪ੍ਰਸੰਗ ਆਪਾਂ ਕੱਲ੍ਹ ਸਰਵਣ ਕਰਵਾ ਲਵਾਂਗੇ। ਹੁਣ ਇੱਥੇ ਜਿਹੜੀ ਹੈ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ ਹੈ। ਸਿੱਖ ਆਪਨੇ ਕੀਜੀਏ, ਸ਼ੁਭ ਉਪਦੇਸ਼ ਦ੍ਰਿੜਾਏ, ਜਸ ਤੁਮਰਾ ਸ਼ਰਵਨ ਨ ਸੁਨਿਆ, ਦਰਸ ਦਿਓ ਅਬ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।